ਅੱਜ ਥੋੜਾ ਜਿਹਾ ਜਿਹੜਾ ਵਿਸ਼ਾ ਸਾਡਾ ਲੰਬਾ ਹੋਏਗਾ ਕਿਉਂਕਿ ਅਸੀਂ ਪਿੱਛੇ ਇਕੱਠੇ ਚਾਰ ਚਾਰ ਪਦੇ ਵਿਚਾਰ ਕੇ ਆਏ ਆ ਸੁਣਿਆਂ ਦੇ ਤੇ ਮੰਨਣ ਦੇ ਸਾਡੇ 14 ਪਦੇ ਪੂਰੇ ਹੋਏ ਨੇ। ਅੱਜ 15ਵਾਂ ਪਦਾ ਅਸੀਂ ਕਰਨਾ ਜਿਹੜਾ ਕਿ ਥੋੜਾ ਜਿਹਾ ਲੰਬਾ ਹੈ। ਸੌਰੀ 16ਵਾਂ ਪਦਾ ਹੈ 16ਵਾਂ। ਅਹ, ਆਪਾਂ ਸਿੱਧੀ ਸ਼ੁਰੂਆਤ ਹੀ ਕਰਦੇ ਹਾਂ ਅੱਜ ਇਹਦੀ। ਮੈਂ ਬੇਨਤੀ ਕਰਦਾ ਆ ਰਿਹਾ ਕਿ ਜਿਹੜਾ ਲਫ਼ਜ਼ਾਂ ਦਾ ਹੇਰ ਫੇਰ ਹੋਇਆ ਨਾ, ਜਿਸ ਤਰ੍ਹਾਂ ਅਸੀਂ ਕੰਪੈਰੀਜ਼ਨ ਕਰਦੇ ਆ ਰਹੇ ਹਾਂ ਕਿ ਅਹ, ਅਹ, ਮੰਨ ਲਓ ਕਿ ਅੰਮ੍ਰਿਤ ਲਫ਼ਜ਼ ਹੈ, ਅੰਮ੍ਰਿਤ ਛਕਣਾ। ਅਸੀਂ ਉਹਨੂੰ ਕਹਿੰਦੇ ਆ ਰਹੇ ਹਾਂ ਕਿ ਸਹੀ ਲਫ਼ਜ਼ ਜਿਹੜਾ ਗੁਰਮਤਿ ਦੇ ਅਨੁਸਾਰ ਹੈ, ਇਹਨੂੰ ਯੂਜ਼ ਕਰਨਾ ਆਪਾਂ ਖੰਡੇ ਬਾਟੇ ਦੀ ਪੌਲ ਲੈਣੀ, ਦੀਖਿਆ ਲੈਣੀ ਹੈ ਨਾ। ਇਹ ਲਫ਼ਜ਼ ਸਾਨੂੰ ਬ੍ਰਹਮ ਗਿਆਨ ਨੇ ਦਿੱਤੇ ਨੇ, ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਦਿੱਤੇ ਨੇ। 10ਵੇਂ ਪਾਤਸ਼ਾਹ ਨੇ ਇਹਨੂੰ ਖੰਡੇ ਬਾਟੇ ਦੀ ਪੌਲ ਕਹਿ ਕੇ ਨਵਾਜਿਆ। ਇਸੇ ਤਰ੍ਹਾਂ ਹੀ ਇੱਕ ਲਫ਼ਜ਼ ਹੈ ਪੰਚ। ਇਹ ਪੰਚ ਲਫ਼ਜ਼ ਨੂੰ ਬੜੀ ਜ਼ਰੂਰਤ ਹੈ ਕਿ ਇਹਨੂੰ ਆਪਾਂ ਖੋਲੀਏ। ਅੱਜ ਆਪਾਂ ਇਹਨੂੰ ਕੋਸ਼ਿਸ਼ ਕਰਨੀ ਹੈ ਕਿ ਇਹ ਲਫ਼ਜ਼ ਆਪਾਂ ਖੋਲਾਂਗੇ। ਸ਼ੁਰੂਆਤ ਕਰਨ ਤੋਂ ਪਹਿਲਾਂ ਮੈਂ ਗੁਰੂ ਅਰਜਨ ਪਾਤਸ਼ਾਹ ਦਾ ਇੱਕ ਉਚਾਰਿਆ ਹੋਇਆ ਸ਼ਬਦ ਹੈ, ਪੌੜੀ ਦੇ ਰੂਪ ਵਿੱਚ ਆਓ। ਪੌੜੀ ਹੈਡਿੰਗ ਦਿੱਤਾ ਉਹਦਾ, ਤਾਂ ਕਰਕੇ ਆਪਾਂ ਪੌੜੀ ਕਹਿ ਰਹੇ ਹਾਂ ਇੱਥੇ। ਉਹ ਕਹਿੰਦੇ ਪੰਚਮ ਪੰਚ ਪ੍ਰਧਾਨ ਤੇ ਜਹ ਜਾਣਿਓ ਪਰਪੰਚ, ਕੁਸਮ ਬਾਸ ਬਹੁ ਰੰਗ ਘਣੋ ਸਭ ਮਿਥਿਆ ਬਲਬੰਚ। ਇਹ ਜ਼ਰੂਰੀ ਨਹੀਂ ਹੈ ਵੀ ਜਿੱਥੇ ਪੰਜਾਂ ਦਾ ਜ਼ਿਕਰ ਆਵੇ ਉੱਥੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੀ ਹੈ। ਹਾਂ, ਬਹੁਤੀਆਂ ਥਾਵਾਂ ਤੇ ਹੈ, ਬਹੁਤੀਆਂ ਥਾਵਾਂ ਤੇ ਹੈ। ਬ੍ਰਹਮ ਗਿਆਨ ਦੇ ਵਿੱਚ ਜਾਂ ਗੁਰੂ ਗ੍ਰੰਥ ਸਾਹਿਬ, ਸਾਰੇ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੇ ਵਿੱਚ ਬਹੁਤੀਆਂ ਥਾਵਾਂ ਤੇ ਵਰਤਿਆ ਗਿਆ। ਜਿਵੇਂ ਫॉर ਐਗਜ਼ਾਮਪਲ ਜਮ ਡੰਡਾ ਗਲ ਸੰਗਲ ਪੜਿਆ, ਭਾਗ ਗਏ ਸੇ ਪੰਜ ਜਨਾ। ਜਦੋਂ ਜਮ ਦਾ ਡੰਡਾ ਜਿਹੜਾ ਸਿਰ ਉੱਤੇ ਆ ਕੇ ਵੱਜਿਆ, ਜਿਹੜੇ ਪੰਜ ਇਸ ਸਰੀਰ ਨੂੰ ਚਿੰਬੜੇ ਸੀ ਉਹ ਭੱਜ ਗਏ, ਸਾਥ ਛੱਡ ਗਏ। ਇਹ ਪੰਜ ਉਹ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਇਹ ਸ਼ਬਦ ਅਸੀਂ ਵਿਚਾਰ ਆਏ ਹਾਂ ਪਿੱਛੇ। ਜੇਕਰ ਯਾਦ ਹੋਵੇ, ਸਰੀ ਰਾਮ ਨਾਮਾ ਉਚਰ ਮਨਾ, ਆਗੈ ਜਮਦਲ ਬਿਖਮ ਕਨਾ। ਇਹ ਸ਼ਬਦ ਆਪਾਂ ਵਿਚਾਰ ਆਏ ਹਾਂ। ਉਸ ਦੇ ਬਾਅਦ ਹੈ ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋ ਘਰ ਬਾਰ ਮਨਾ। ਇੱਥੇ ਵੀ ਪੰਜ ਜਿਹੜੇ ਆ ਉਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਗੱਲ ਕੀਤੀ ਹੈ। ਹੁਣ ਇੱਥੇ ਲਫ਼ਜ਼ ਆ ਰਿਹਾ ਪੰਚ ਪਰਵਾਨ, ਪੰਚ ਪ੍ਰਧਾਨ। ਪਰ ਉਸ ਤੋਂ ਪਹਿਲਾਂ ਆਪਾਂ ਇੱਕ ਪੰਜਵੇਂ ਪਾਤਸ਼ਾਹ ਦੀ ਬਾਣੀ 'ਚ ਰਚਿਆ ਹੋਇਆ ਇੱਕ ਸ਼ਬਦ ਆਰੰਭ ਕੀਤਾ ਸੀ, ਪੰਚਮ ਪੰਚ ਪ੍ਰਧਾਨ ਤੇ ਜਹ ਜਾਣਿਓ ਪ੍ਰਪੰਚ। ਜਗਤ ਵਿੱਚ ਉਹ ਸ੍ਰੇਸ਼ਟ ਮੰਨੇ ਜਾਂਦੇ ਨੇ, ਸੰਤ ਜਨ ਮੰਨੇ ਜਾਂਦੇ ਨੇ, ਆਗੂ ਮੰਨੇ ਜਾਂਦੇ ਨੇ, ਜਿਨ੍ਹਾਂ ਨੇ ਇਸ ਜਗਤ ਪਸਾਰੇ ਨੂੰ ਇਸ ਤਰ੍ਹਾਂ ਸਮਝਿਆ ਕਿ ਇਹ ਫੁੱਲਾਂ ਦੀ ਸੁਗੰਧੀ ਵਾਲਾ, ਅਨੇਕਾਂ ਰੰਗਾਂ ਵਾਲਾ ਹੈ, ਪਰ ਫਿਰ ਵੀ ਇਹ ਨਾਸਵੰਤ ਹੈ, ਇਹ ਠੱਗੀ ਹੀ ਹੈ। ਹੁਣ ਫੇਰ ਸੁਣੋ, ਪੰਚਮ ਪੰਚ ਪ੍ਰਧਾਨ ਤੇ ਜਹ ਜਾਣਿਓ ਪਰਪੰਚ, ਕੁਸਮ ਬਾਸ ਬਹੁ ਰੰਗ ਘਣੋ ਸਭ ਮਿਥਿਆ ਬਲਬੰਚ। ਉਹਦੇ ਅੱਗੇ ਕਹਿੰਦੇ ਨਾਮ ਜਾਪੈ ਨਹ ਜਾਪੈ ਨਹ ਬੂਝੀਐ ਨਹ ਕਿਛ ਕਰਤ ਵਿਚਾਰ, ਸਵਾਦ ਮੋਹ ਰਸ ਵੇਦਿਓ ਅਗਿਆਨ ਰਚਿਓ ਸੰਸਾਰ। ਬਾਕੀਆਂ ਦੀ ਗੱਲ ਕੀਤੀ ਹੈ, ਲੇਕਿਨ ਜਿਹੜੇ ਸ੍ਰੇਸ਼ਟ ਨੇ, ਜਿਹੜੇ ਆਗੂ ਨੇ, ਉਹਨਾਂ ਨੂੰ ਬਿਲਕੁਲ ਪੌੜੀ ਦੀ ਆਰੰਭਤਾ ਉੱਥੋਂ ਕੀਤੀ ਹੈ। ਅੱਛਾ, ਇਸ ਦੇ ਬਾਅਦ ਹੈ ਪੰਚ ਜਨਾ ਮਿਲ ਮੰਗਲ ਗਾਇਆ, ਹਰ ਨਾਨਕ ਭੇਦ ਨਾ ਭਾਈ।
ਇੱਥੇ ਹੁਣ 5 ਗਿਆਨ ਇੰਦਰੇ। ਇਸ ਤੋਂ ਪਹਿਲਾਂ ਕੀ ਲਿਖਦੇ ਆ, ਜਿਨ ਕੇ ਬੰਧਨ ਕਾਟੇ ਸਤਿਗੁਰ ਤਿਨ ਸਾਧ ਸੰਗਤ ਲਿਵ ਲਾਈ। ਪੰਜ ਜਨਾਂ ਜਿਹੜੇ ਸ੍ਰੇਸ਼ਟ ਹੋ ਗਏ, ਜਿਹੜੇ ਉੱਚ ਬੁੱਧੀ ਵਾਲੇ ਹੋ ਗਏ, ਜਿਹੜੇ ਆਗੂ ਹੋ ਗਏ। ਹੁਣ ਆਪਣੀ ਬੋਲੀ ਦੇ ਵਿੱਚ ਲਫ਼ਜ਼ ਹੈ ਸਰਪੰਚ, ਪਿੰਡ ਦਾ ਸਰਪੰਚ ਹੈ। ਉਹ ਪੰਜ ਉਹਦੇ ਅੱਖਰ ਚ ਆਉਂਦਾ, ਲੇਕਿਨ ਉਹ ਪੰਜ ਤਾਂ ਨਹੀਂ, ਇਕੱਲਾ ਹੀ ਹੈ ਨਾ। ਜਿਹੜਾ ਸਰਪੰਚ ਹੁੰਦਾ ਉਹਨੂੰ ਸਰਪੰਚ ਕਹਿੰਦੇ ਆ, ਬਾਕੀ ਜਿਹੜੇ ਮੈਂਬਰ ਹੁੰਦੇ ਆ ਉਹਨੂੰ ਕਹਿੰਦੇ ਪੰਚ। ਆਮ ਹੀ ਬੋਲੀ ਚ ਗੱਲ ਕਰਦੇ ਸੀ, ਯਾਰ ਆ ਪੰਚ ਮੇਰੇ ਕੋਲ ਬੈਠਾ ਆ ਕੇ, ਤੂੰ ਵੀ ਜਰਾ ਮੇਰੇ ਕੋਲ ਆ, ਆਪਾਂ ਇਹਦੇ ਨਾਲ ਵਿਚਾਰ ਕਰਨੀ ਆ। ਉਹਨੂੰ ਪੰਚ ਕਹਿੰਦੇ ਸੀ ਕਿਉਂਕਿ ਸ੍ਰੇਸ਼ਟ ਸੀ। ਉਹ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਸੀ, ਔਰ ਉਹ ਲੋਕਾਂ ਦੇ ਕੰਮਕਾਰ, ਉਹਨਾਂ ਦੇ ਕਿਸੇ ਖਾਸ ਕੰਮ ਵਿੱਚ ਮਦਦ ਕਰਨ ਲਈ, ਜਾਂ ਉਹਨਾਂ ਨੂੰ ਆਪਣੇ ਪਿੰਡ ਦੀ ਜਿਹੜੀ ਹੈ ਲੋਕਾਂ ਦੀ ਮਦਦ ਕਰਨ ਵਾਸਤੇ ਜਾਂ ਪਿੰਡ ਦੀ ਤਰੱਕੀ ਵਾਸਤੇ ਕੰਮ ਕਰਦੇ ਆ, ਉਹਨਾਂ ਨੂੰ ਵੀ ਪੰਚ ਕਹਿ ਦਿੰਦੇ ਆ। ਹੁਣ ਅਸਲ 'ਚ ਪੰਚ ਜਿਹੜਾ ਹੈ, ਇੱਥੇ ਆਹ ਚੀਜ਼ ਹੈ, ਇੱਕ ਜਿਹੜਾ ਹੈ ਸ੍ਰੇਸ਼ਟ ਬੁੱਧੀ ਵਾਲਾ। ਪੰਚ ਦਾ ਜਿਹੜਾ ਅਰਥ ਹੈ, ਹਾਂ ਇਹ ਬੜਾ ਖੋਜ ਦਾ ਵਿਸ਼ਾ ਹੈ, ਕਿਉਂਕਿ ਬਹੁਤ ਘੱਟ ਗੁਰਬਾਣੀ ਦੇ ਵਿੱਚ ਇਹ ਲਫ਼ਜ਼ ਐਸ ਮੁਤਲਕ ਵਰਤਿਆ ਗਿਆ। ਬਹੁਤਾ ਜਿਹੜਾ ਵਰਤਿਆ ਗਿਆ ਉਹ ਪੰਜਾਂ ਦੇ ਰੂਪ ਚ ਵਰਤਿਆ ਗਿਆ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਪਰ ਇਹ ਖੋਜ ਜਿਹੜੀ ਹੈ ਇਹ ਸਮਾਂ ਮੰਗਦੀ ਹੈ, ਕਮਿਟਮੈਂਟ ਮੰਗਦੀ ਹੈ। ਅਦਰਵਾਈਜ਼ ਹਰ ਬੰਦਾ ਆਪਣਾ ਐਨਾਲਿਸਿਸ ਕਰ ਸਕਦਾ। ਜਿਨ੍ਹਾਂ ਦੀ ਉਮਰ 80 ਸਾਲ ਵੀ ਹੋ ਗਈ ਹੈ, ਜਿਨ੍ਹਾਂ ਦੀ 70 ਸਾਲ 65 ਸਾਲ, ਉਹ ਐਨਾਲਿਸਿਸ ਕਰ ਲੈਣ ਕਿ ਕਿੰਨੇ ਚਿਰਾਂ ਦੇ ਲੱਗੇ ਹੋਏ ਨੇ ਅੱਜ ਤੱਕ ਉਹ ਇਸ ਪੜਾਅ ਦੇ ਵਿੱਚ, ਇਸ ਸਫ਼ਰ ਦੇ ਵਿੱਚ, ਧਾਰਮਿਕ ਸਫ਼ਰ ਦੇ ਵਿੱਚ, ਜਾਂ ਆਤਮਿਕ ਸਫ਼ਰ ਦੇ ਵਿੱਚ, ਜਾਂ ਅਧਿਆਤਮ ਦੇ ਸਫ਼ਰ ਦੇ ਵਿੱਚ ਅੱਜ ਕਿੱਥੇ ਖੜੇ ਨੇ। ਉਹਨਾਂ ਨੂੰ ਉਸ ਚੀਜ਼ ਦੀ ਪ੍ਰਾਪਤੀ ਕੀ ਹੋਈ ਹੈ, ਜਿਹੜੀਆਂ ਗੁਰਬਾਣੀ ਗੱਲਾਂ ਕਰਦੀ ਹੈ, ਕਿ ਉਹ ਚੀਜ਼ਾਂ ਉਹਨਾਂ ਨੂੰ ਵਰਤਾਰਾ ਸਾਰਾ ਹੋਇਆ ਉਹਨਾਂ ਦੇ ਅੰਦਰ, ਜਾਂ ਉੱਥੋਂ ਤੱਕ ਪਹੁੰਚੇ ਨੇ। ਇਹੀ ਚੀਜ਼ ਆਪਾਂ ਅੱਜ ਇਸ ਪੱਦੇ ਦੇ ਵਿੱਚ ਵਿਚਾਰਨੀ ਹੈ। ਸੋ ਪਦਾ ਸ਼ੁਰੂ ਹੁੰਦਾ, ਕਹਿੰਦੇ ਪੰਚ ਪ੍ਰਵਾਨ ਪੰਚ ਪ੍ਰਧਾਨ। ਹੁਣ ਇਹ ਪੰਜ ਨਹੀਂ ਹੈ, ਇਕੱਲਾ ਹੀ ਹੈ, ਇਕੱਲੇ ਦੀ ਗੱਲ ਕੀਤੀ ਹੈ। ਪੰਚ ਦਾ ਮਤਲਬ ਹੈ ਸ੍ਰੇਸ਼ਟ ਬਿਰਤੀ ਵਾਲਾ, ਸ੍ਰੇਸ਼ਟ ਬੁੱਧੀ ਵਾਲਾ, ਜਗਿਆਸੂ। ਹਾਂਜੀ, ਇੱਕ ਵਾਰ ਫੇਰ ਮੈਂ ਕਲੀਅਰ ਕਰਦਾ। ਪੰਚ ਦਾ ਅਰਥ ਹੈ ਸ੍ਰੇਸ਼ਟ ਬਿਰਤੀ ਵਾਲਾ, ਸ੍ਰੇਸ਼ਟ ਬੁੱਧੀ ਵਾਲਾ, ਜਗਿਆਸੂ। ਹੁਣ ਜਿਹੜਾ ਪੰਚ ਹੈ, ਜਿਹੜਾ ਸ੍ਰੇਸ਼ਟ ਬੁੱਧੀ ਵਾਲਾ ਜਗਿਆਸੂ ਹੀ ਪ੍ਰਵਾਨ ਅਤੇ ਪ੍ਰਧਾਨ ਮੋਰੀ ਹੈ, ਜਿਨ੍ਹਾਂ ਨੂੰ ਲੋਕ ਫੋਲੋ ਕਰਦੇ ਨੇ, ਜਿਨ੍ਹਾਂ ਦਾ ਲੋਕ ਕਹਿਣਾ ਮੰਨਦੇ ਨੇ। ਪ੍ਰਚਾਰਕ ਜਿਹੜੀ ਕੈਟਾਗਰੀ, ਉਹ ਇਸ ਕੈਟਾਗਰੀ 'ਚ ਨਹੀਂ ਆਉਂਦੇ। ਜਿਹੜੀ ਪ੍ਰਚਾਰਕ ਜਿਹੜੇ ਪ੍ਰੀਚ ਕਰਦੇ ਨੇ ਨਾ, ਆਪਣਿਆਂ ਨੂੰ ਦੱਸਦੇ ਵੀ ਅਸੀਂ ਬੜੇ ਵੱਡੇ ਦੂਜੇ ਬੁੱਧੀਜੀਵੀ ਆ, ਜਾਂ ਅਸੀਂ ਗਾਈਡ ਕਰਨ ਵਾਲੇ ਆ, ਜਾਂ ਅਸੀਂ ਵਧੀਆ ਧਾਰਮਿਕ ਲੋਕ, ਉਹ ਇਸ ਕੈਟੇਗਰੀ 'ਚ ਨਹੀਂ ਹੈ। ਇਸ ਕੈਟੇਗਰੀ 'ਚ ਜਿਹੜਾ ਜਿਹਦੀ ਬਿਰਤੀ ਉੱਚੀ ਹੋ ਚੁੱਕੀ ਹੈ, ਜਿਹਦੀ ਬਿਰਤੀ ਪਰਮਾਤਮਾ ਨਾਲ ਜੁੜ ਚੁੱਕੀ ਹੈ, ਕਿਉਂਕਿ ਅੱਗੇ ਫੀਚਰਸ ਆਉਣਗੇ ਸਾਰੇ ਉਹਦੇ, ਉਹ ਆਮ ਬੰਦੇ 'ਚ ਫੀਚਰ ਨਹੀਂ ਮਿਲਣਗੇ, ਉਹ ਸਿਰਫ ਪੰਚ ਦੇ ਵਿੱਚ ਹੀ ਮਿਲਣਗੇ, ਜਿਹੜਾ ਸ੍ਰੇਸ਼ਟ ਬੁੱਧੀ ਵਾਲਾ, ਸ੍ਰੇਸ਼ਟ ਬਿਰਤੀ ਵਾਲਾ ਜਗਿਆਸੂ ਹੈ। ਹਾਂਜੀ, ਹੁਣ ਲਾਈਨ ਬਾਏ ਲਾਈਨ ਆਪਾਂ ਇਹਨੂੰ ਵਿਚਾਰਦੇ ਚੱਲਾਂਗੇ। ਕੋਈ ਹੋਰ ਇਧਰੋਂ ਉਧਰੋਂ ਸੱਜੇ ਖੱਬੇ ਆਪਾਂ ਗੱਲ ਨਹੀਂ ਕਰਨੀ। ਆਪਾਂ ਸਿਰਫ ਲਾਈਨ ਬਾਏ ਲਾਈਨ ਜਿਹੜੇ ਇਹਦੇ ਅਧਿਆਤਮ ਮਾਰਗ ਦੇ ਜਿਹੜੇ ਹੀਰੇ ਮੋਤੀ ਜਾਂ ਫੁੱਲ ਜਾਂ ਜਵਾਹਰਾਤ ਨੇ, ਆਪਾਂ ਉਹ ਚੁਗੀ ਜਾਣੇ ਆ ਸਹਿਜ ਸਹਿਜ। ਇਸ ਮਾਰਗ ਤੇ ਚੱਲਦੇ। ਹੁਣ ਆਪਾਂ ਮਾਰਗ ਆਪਣਾ ਸ਼ੁਰੂ ਕਰਨ ਲੱਗੇ ਹਾਂ। 16ਵਾਂ ਪਦਾ, ਪੰਚ ਪ੍ਰਵਾਨ ਪੰਚ ਪ੍ਰਧਾਨ। ਜਿਹੜਾ ਸ੍ਰੇਸ਼ਟ ਬਿਰਤੀ ਵਾਲਾ ਜਗਿਆਸੂ ਹੈ, ਜਾਂ ਸ੍ਰੇਸ਼ਟ ਬੁੱਧੀ ਵਾਲਾ ਜਗਿਆਸੂ ਹੈ, ਉਹੀ ਪ੍ਰਵਾਨ ਹੈ, ਉਹੀ ਪ੍ਰਧਾਨ ਹੈ। ਪ੍ਰਧਾਨ ਹੁੰਦਾ, ਪ੍ਰਧਾਨ ਦਾ ਅੱਖਰ ਵੀ ਸੁਣ ਲਓ, ਇਹਦਾ ਮੀਨਿੰਗ ਵੀ ਸੁਣ ਲਓ। ਪ੍ਰਧਾਨ ਦਾ ਮਤਲਬ ਹੈ ਮਾਰਗ ਦਰਸ਼ਕ, ਆਗੂ ਕਹਿੰਦੇ ਨੇ ਪ੍ਰਧਾਨ। ਆਗੂ ਹੁੰਦਾ ਜਿਹੜਾ ਰਾਸਤਾ ਦਿਖਾਵੇ, ਜਿਹੜਾ ਆਪ ਹੀ ਅੰਨਾ ਹੋਵੇ
ਤੇ ਉਹ ਕੀ ਰਸਤਾ ਦਿਖਾਊਗਾ। ਤਾਈ ਉਹ ਪੰਚ ਦਾ ਅਰਥ ਜਿਹੜਾ ਨਿਕਲੇਗਾ ਉਹ ਸ੍ਰੇਸ਼ਟ ਬੁੱਧੀ ਵਾਲਾ ਜਾਂ ਸ੍ਰੇਸ਼ਟ ਬਿਰਤੀ ਵਾਲਾ ਜਗਿਆਸੂ ਹੀ ਨਿਕਲੇਗਾ। ਸੋ ਜਿਹੜਾ ਐਸ ਬਿਰਤੀ ਵਾਲਾ, ਸ੍ਰੇਸ਼ਟ ਬੁੱਧੀ ਵਾਲਾ, ਸ੍ਰੇਸ਼ਟ ਬਿਰਤੀ ਵਾਲਾ ਜਗਿਆਸੂ ਹੈ, ਉਹੀ ਪ੍ਰਵਾਨ ਹੈ, ਉਹੀ ਪ੍ਰਧਾਨ ਹੈ, ਉਹੀ ਮੋਹਰੀ ਹੈ, ਜਿਨ੍ਹਾਂ ਨੂੰ ਲੋਕ ਫੋਲੋ ਕਰਨਗੇ ਜਾਂ ਕਰਦੇ ਨੇ। ਇਹ ਜ਼ਿੰਦਗੀ ਦੇ ਵਿੱਚ ਆ ਕੇ ਜਨਮ ਲੈ ਕੇ, ਮਨੁੱਖਾ ਜਨਮ ਲੈ ਕੇ ਨਾਮ ਅਭਿਆਸ ਦੀ ਕਮਾਈ ਕਰ ਕਰਕੇ ਹੀ ਪੰਚ ਪ੍ਰਵਾਨ ਹੁੰਦੇ ਨੇ, ਪੰਚ ਪ੍ਰਵਾਨ ਹੋਏ ਨੇ। ਪੰਚੇ ਪਾਵੇਂ ਦਰਗਹ ਮਾਨ, ਉਹੀ ਪੰਚ ਮੋਹਰੀ ਜਾਂ ਪ੍ਰਧਾਨ ਜਾਂ ਆਗੂ ਦਰਗਾਹ ਦੇ ਵਿੱਚ ਸਤਿਕਾਰਤ ਹਨ। ਦਰਗਹਿ ਪੈਂਦੇ ਜਾਏ, ਆਪਾਂ ਬੜੀ ਵਾਰੀ ਇਹ ਐਗਜ਼ਾਮਪਲ ਲਈ ਹੈ। ਦਰਗਹਿ ਪੈਂਦੇ ਜਾਏ, ਉਹਨਾਂ ਨੂੰ ਫਿਰ ਦਰਗਾਹ ਦੇ ਵਿੱਚ ਮਾਣ ਮਿਲਦਾ ਹੈ, ਸਤਿਕਾਰ ਮਿਲਦਾ ਹੈ। ਔਰ ਇਹ ਏਦਾਂ ਨਹੀਂ ਵੀ ਮਰਨ ਤੋਂ ਬਾਅਦ, ਇਹ ਜਿਉਂਦੇ ਜੀ ਸਾਰਾ, ਕਿਉਂਕਿ ਸਾਡਾ ਇਹ ਜੋ ਵੀ ਚੀਜ਼ ਗੁਰਬਾਣੀ, ਜੋ ਵੀ ਗੱਲਾਂ ਗੁਰਬਾਣੀ ਬ੍ਰਹਮ ਗਿਆਨ ਦੀਆਂ ਕਰ ਰਹੀ ਹੈ, ਇਹ ਜਿਉਂਦੇ ਜੀ ਐਸ ਮਨੁੱਖੇ ਜਨਮ ਦੇ ਵਿੱਚ ਪ੍ਰਾਪਤ ਹੋਣੀਆਂ ਨੇ, ਮਰਨ ਤੋਂ ਬਾਅਦ ਕੁਛ ਨਹੀਂ ਹੈ। ਹਾਂਜੀ, ਹੁਣ ਹੈ ਪੰਚੇ ਪਾਵੇਂ ਦਰਗਹਿ ਮਾਨ, ਉਹੀ ਜਿਹੜੇ ਪੰਜ ਨੇ, ਸ੍ਰੇਸ਼ਟ ਬੁੱਧੀ ਵਾਲੇ, ਸ੍ਰੇਸ਼ਟ ਬਿਰਤੀ ਵਾਲੇ ਮੋਹਰੀ ਨੇ, ਉਹੀ ਪ੍ਰਧਾਨ ਨੇ, ਉਹੀ ਦਰਗਾਹ ਦੇ ਵਿੱਚ ਸਤਿਕਾਰਤ ਹਨ। ਦਰਗਾਹ ਦੇ ਵਿੱਚ ਉਹਨਾਂ ਨੂੰ ਹੀ ਆਦਰ ਮਾਣ ਮਿਲਦਾ ਹੈ। ਰੇ ਰੇ ਦਰਗਾਹ ਕਹੈ ਨਾ ਕੋਉ, ਆਓ ਬੈਠ ਆਦਰ ਸੁਭ ਦੇਉ। ਰੇ ਰੇ ਦਰਗਾਹ ਕਹੈ ਨਾ ਕੋਉ, ਆ ਦੇਖੋ ਆਪਾਂ ਸ਼ਬਦ ਵੀ ਕੱਢ ਲੈਂਦੇ ਹਾਂ, ਸਕਰੀਨ ਤੇ ਦਰਸ਼ਨ ਕਰਦੇ ਹਾਂ। ਰੇ ਰੇ ਦਰਗਾਹ ਕਹੈ ਨਾ ਕੋਉ, ਆਓ ਬੈਠ ਆਦਰ ਸੁਭ ਦੇਉ। ਇਹ ਕਾਹਦੇ ਲਈ ਲਿਖਿਆ ਬਈ? ਇਹ ਕੋਈ ਚੀਜ਼ ਵਰਤਦੀ ਹੈ ਤਾਈਓ ਲਿਖਿਆ। ਰਾਰਾ ਰੰਗੋ या ਮਨ ਆਪਣਾ, ਹਰ ਹਰ ਨਾਮ ਜਪੋ ਜਪ ਰਸਨਾ। ਰੇ ਰੇ ਦਰਗਾਹ ਕਹੈ ਨਾ ਕੋ, ਆਓ ਬੈਠ ਆਦਰ ਸੁਭ ਦੇਉ। ਉਹ ਆ ਮਹਿਲੀ ਪਾਵੇਂ ਤੂੰ ਬਾਸਾ, ਜਿੱਥੇ ਸਾਰੇ ਮਹੱਲੇ ਵਸਦੇ ਐ, ਜਿੱਥੇ ਭਗਤ ਜਨ ਕਰਮਖੰਡ ਆਨੰਦ, ਸਭ ਇਹੋ ਅਵਸਥਾ ਨੇ। ਆਪਾਂ ਕਰਮਖੰਡ ਦੀ ਗੱਲ ਕੀਤੀ ਸੀ, ਅੱਗੇ ਵੀ ਆਉਣਾ ਜ਼ਿਕਰ ਉਹਦਾ ਆਏਗਾ। ਆਪਾਂ ਆਨੰਦ ਦੀ ਅਵਸਥਾ ਕੀਤੀ ਹੈ, ਆਪਾਂ ਦਸਮ ਦਵਾਰ ਦੀ ਗੱਲ ਕੀਤੀ ਹੈ। ਇਹ ਉਹ ਚੀਜ਼ ਹੈ, ਉਹ ਆ ਮਹਿਲੀ ਪਾਵੇਂ ਤੂੰ ਬਾਸਾ। ਕਹਿੰਦੇ ਜਨਮ ਮਰਨ ਨਾ ਹੋਏ ਬਿਨਾਸਾ, ਨਾ ਜਨਮ ਮਰਨ ਦੇ ਗੇੜ 'ਚ ਤੇ ਨਾ ਹੀ ਕਦੇ ਆਤਮਕ ਮੌਤ ਹੋਏਗੀ। ਉਹ ਅਕਾਲ ਪੁਰਖ ਦਾ ਰੂਪ ਹੀ ਹੋ ਜਾਣਗੇ। ਮਸਤਕ ਕਰਮ ਲਿਖਿਓ ਧੁਰ ਜਾ ਕੇ, ਹਰ ਸੰਪੈ ਨਾਨਕ ਘਰ ਤਾਕੈ। ਪ੍ਰਭ ਇਹ ਪਰ ਧੁਰੋਂ ਜਿਹੜਾ ਲੇਖ ਇਹ ਉਗੜਦਾ, ਮਿਹਰ ਦਾ, ਗੁਰ ਪ੍ਰਸਾਦ ਦਾ ਜਿਹੜਾ ਲੇਖ ਹੈ ਇਹ ਉਗੜਦਾ ਹੈ। ਉਹਦੇ ਹਿਰਦੇ ਦੇ ਵਿੱਚ ਇਹ ਜਿਹੜਾ ਨਾਮ ਦਾ ਧਨ ਹੈ, ਸ਼ਬਦ ਦੀ ਕਮਾਈ ਹੈ, ਉਹ ਇਕੱਤਰ ਹੁੰਦੀ ਹੈ। ਹੁਣ ਹੋਰ ਐਗਜ਼ਾਮਪਲ ਲਈਏ ਇਸ ਚੀਜ਼ ਦੀ, ਇਹਨੂੰ ਪੱਕਾ ਕਰਨਾ ਹੈ ਅੱਜ ਆਪਾਂ। ਸੇ ਦਰਗਹਿ ਪੈਂਦੇ ਜਾਹੇ, ਜਿੰਨਾ ਹਰ ਜਪ ਲਿਆ। ਆ ਜਾਓ, ਇਹ ਵੀ ਪੌੜੀ ਹੈ, ਪੰਨਾ ਨੰਬਰ 645 ਤੇ। ਕਹਿੰਦੇ ਜੋ ਸੇਵੈ ਸਤ ਮੁਰਾਰ, ਸੇ ਭਵਜਲ ਤਰ ਗਿਆ। ਇਹ ਸੰਸਾਰ ਸਮੁੰਦਰ ਨੂੰ ਤਰ ਜਾਂਦੇ ਆ। ਇਹਦਾ ਇਹ ਨਹੀਂ ਹੈ ਕਿ ਤਰ ਗਏ, ਤਰ ਗਏ। ਤਰ ਗਏ ਦਾ ਮਤਲਬ ਹੈ ਕਿ ਮਾਇਆ ਤੋਂ ਛੁੱਟ ਗਏ, ਡਿਟੈਚ ਹੋ ਗਏ। ਕਹਿੰਦੇ ਜੋ ਬੋਲੇ ਹਰ ਹਰ ਨਾਉ, ਤਿੰਨ ਜਮ ਛੱਡ ਗਿਆ। ਜਮ ਦੀ ਮਾਰ ਤੋਂ ਵੀ ਬਚ ਗਏ ਹੋ। ਸੇ ਦਰਗਹਿ ਪੈਂਦੇ ਜਾਹੇ, ਪੈਂਦੇ ਜਾਣਾ ਮਤਲਬ ਉਹਨਾਂ ਨੂੰ ਆਦਰ ਮਾਣ ਸਤਿਕਾਰ ਮਿਲਦਾ, ਜਿਨ੍ਹਾਂ ਨੇ ਨਾਮ ਦੀ ਕਮਾਈ ਕੀਤੀ ਹੈ। ਸੇ ਦਰਗਹਿ ਪੈਂਦੇ ਜਾਹੇ, ਜਿਨ੍ਹਾਂ ਹਰ ਜਪ ਲਿਆ। ਹਰ ਸੇਵੇਂ ਸੇਈ ਪੁਰਖ, ਜਿਨ੍ਹਾਂ ਹਰ ਤੁਧ ਮਿਆ।
गुरप्रसाद मया मैंने गुरप्रसाद, ਜਿਹੜੇ गुरप्रसाद ਦੇ ਪਾਤਰ ਬਣੇ ਨੇ ਉਹ ਹੀ ਇਸ ਅਵਸਥਾ ਇਸ ਮਿਹਰ ਦੇ ਪਾਤਰ ਬਣਦੇ ਆ। ਗੁਰਪ੍ਰਸਾਦ ਹੁਣ ਲੈਣਾ ਕਿੱਦਾਂ? ਬਾਣੀ ਤੇ ਅਮਲ ਕਰਨਾ ਸਟਾਰਟ ਕਰੋ। ਹੌਲੀ ਹੌਲੀ ਇਹ ਬਿਰਤੀ ਜਦੋਂ ਉੱਚੀ ਹੋਏਗੀ ਗੁਰਪ੍ਰਸਾਦ ਆਪੇ ਆਪੇ ਵਰਤੇਗਾ। ਕਹਿੰਦੇ ਗੁਣ ਗਾਵਾਂ ਪਿਆਰੇ ਨਿਤ, ਗੁਰਮੁਖੇ ਭ੍ਰਮ ਭਉ ਗਿਆ। ਗੁਰਮੁਖੇ ਗੁਰੂ ਦੇ ਜ਼ਰੀਏ, ਕਿਸ ਤਰ੍ਹਾਂ? ਇੱਕ ਅਕਾਲ ਪੁਰਖ ਤੇ ਭਰੋਸਾ, ਇੱਕ ਅਕਾਲ ਪੁਰਖ ਤੇ ਪ੍ਰਤੀਤ, ਇੱਕ ਅਕਾਲ ਪੁਰਖ ਨੂੰ ਮੰਨਣਾ, ਇੱਕ ਅਕਾਲ ਪੁਰਖ ਨਾਲ ਕਮਿਟਮੈਂਟ ਔਰ ਇੱਕ ਅਕਾਲ ਪੁਰਖ ਦਾ ਨਾਮ ਜਪਣਾ, ਗੁਣ ਗਾਉਣਾ। ਸੋ ਇਹ ਚੀਜ਼ ਪੱਕੀ ਹੋ ਗਈ ਹੈ ਕਿ ਜਿਹੜਾ ਪੰਜ ਪ੍ਰਵਾਨ ਹੈ ਉਹ ਇੱਕ ਹੀ ਹੈ, ਇੱਕੋ ਸ੍ਰੇਸ਼ਟ ਜਨ ਦੀ ਗੱਲ ਕੀਤੀ ਹੈ, ਜਿਹਨੂੰ ਆਪਾਂ ਇਹ ਲਫ਼ਜ਼ ਮੈਂ ਦੱਸ ਦਿੱਤੇ ਹੈ। ਇਹ ਇਸੇ ਤਰ੍ਹਾਂ ਹੀ ਲਫ਼ਜ਼ ਹੋਣੇ, ਆਪਾਂ ਸਾਰੇ ਪਦੇ ਦੇ ਵਿੱਚ ਚੱਲਣਾ ਹੈ। ਇਹਨੂੰ ਹੋਰ ਪੱਕਾ ਕਰੀਏ ਜੀ, ਅੱਗੇ ਚੱਲੀਏ। ਅੱਗੇ ਹੁਣ ਇਹਦੇ ਫੀਚਰ ਸ਼ੁਰੂ ਹੋ ਗਏ ਕਿ ਉਹ ਪੰਜ ਜਿਹੜਾ ਹੋਏਗਾ, ਜਿਹੜਾ ਸ੍ਰੇਸ਼ਟ ਬੁੱਧੀ ਵਾਲਾ ਹੋਏਗਾ, ਸ੍ਰੇਸ਼ਟ ਬਿਰਤੀ ਵਾਲਾ ਹੋਏਗਾ, ਜਗਿਆਸੂ, ਉਹਦੀ ਵਿਸ਼ੇਸ਼ਤਾ ਕੀ ਹੋਏਗੀ? ਕਹਿੰਦੇ ਪੰਚੇ ਸੋਹੇ ਦਰੇ ਰਾਜਾਨ। ਇੱਥੇ ਲਿਖਿਆ ਜੀ ਰਾਜ ਦਰਬਾਰਾਂ ਵਿੱਚ। ਇਹ ਗ੍ਰਾਮਰ ਦੀ ਸਾਰੀ ਜਿਹੜੀ ਇਹ ਵੀ ਕਦੇ ਆਪਾਂ ਜਿਹੜਾ ਹੈਗਾ ਵੀ ਇਹਨੂੰ ਦਰੁਸਤ ਕਰਾਂਗੇ ਚੀਜ਼ ਨੂੰ, ਜਦੋਂ ਆਪਣੀ ਬਾਣੀ ਮੁੱਕਦੀ ਹੈ ਪਹਿਲੀ, ਆਪਾਂ ਉਸ ਤੋਂ ਬਾਅਦ ਇਹਦੇ ਵੱਲ ਹੋਵਾਂਗੇ ਵੀ ਗੁਰਬਾਣੀ ਜਿਹੜੀ ਵਿਆਕਰਣ ਯੂਜ਼ ਕਰਦੇ ਆ ਉਹ ਕਿੰਨੀ ਕੁ ਜਿਹੜੀ ਹੈ ਮਦਦਗਾਰ ਹੈ ਗੁਰਬਾਣੀ ਦੇ ਵਿੱਚ। ਕਿਸੇ ਤੇ ਕੋਈ ਨੈਗੇਟਿਵ ਕਮੈਂਟ ਨਹੀਂ ਹੈ ਜਿਹੜੇ ਕਰਦੇ ਆ। ਹਾਂ, ਇਹ ਅਕਾਦਮਿਕ ਵਿਸ਼ਾ ਹੈ, ਐਕੈਡੈਮਿਕ ਸਬਜੈਕਟ ਹੈ, ਉਹ ਪ੍ਰਵਾਨ ਹੈ, ਬਿਲਕੁਲ ਅਸੀਂ ਇਨਕਾਰੀ ਨਹੀਂ ਹੈ। ਲੈਂਗੁਏਜ ਸਿੱਖਣ ਵਾਸਤੇ ਲੈਂਗੁਏਜ ਦੀ ਜਿਹੜੀ ਗ੍ਰਾਮਰ ਹੈ ਉਹਦੀ ਨੌਲੇਜ ਚਾਹੀਦੀ ਹੈ, ਗਿਆਨ ਚਾਹੀਦਾ ਉਹਦਾ। ਲੇਕਿਨ ਇਹ ਹਰ ਥਾਂ ਤੇ ਗੁਰਬਾਣੀ 'ਚ ਵੀ ਇਹ ਚੀਜ਼ ਲਾਗੂ ਨਹੀਂ ਹੁੰਦੀ। ਕਿਤੇ 5-7 ਅਸੂਲ ਨੇ ਗੁਰਬਾਣੀ ਦੇ, ਉਹਨਾਂ ਨੂੰ ਫੋਲੋ ਕਰੋ, ਸਾਰੀਆਂ ਚੀਜ਼ਾਂ ਗੁਰਬਾਣੀ ਦੀਆਂ ਤੁਹਾਡੇ ਸਮਝ 'ਚ ਆਉਣਗੀਆਂ। ਅੱਛਾ, ਹੁਣ ਪੰਚੇ ਸੋਹੇ ਦਰ ਰਾਜਾਨ, ਉਹ ਜਿਹੜੇ ਪੰਜ ਨੇ, ਜਿਹੜੇ ਸ੍ਰੇਸ਼ਟ ਬਿਰਤੀ ਵਾਲੇ, ਸ੍ਰੇਸ਼ਟ ਬੁੱਧੀ ਵਾਲੇ ਜਗਿਆਸੂ ਨੇ, ਉਹ ਅਕਾਲ ਪੁਰਖ ਦੇ ਦਰ ਤੇ ਸੋਹਣੇ ਲੱਗਦੇ ਆ। ਰਾਜਾਨ, ਰਾਜਾਨ ਦਾ ਸਿੱਧਾ ਅਰਥ ਹੈ ਜਿਹੜਾ ਅਕਾਲ ਪੁਰਖ ਨੂੰ ਇਹ ਲਫ਼ਜ਼ ਜਾਂਦਾ, ਇੱਕ ਅਕਾਲ ਪੁਰਖ ਨੂੰ। ਦਰਬਾਰਾਂ ਦਰੂਰਾਂ ਦੀ ਕੋਈ ਗੱਲ ਨਹੀਂ ਇੱਥੇ। ਰਾਜਾਨ ਹੁੰਦਾ ਨਾ ਜਿਹੜਾ ਰਾਜਿਆਂ ਦਾ ਜਾ, ਕਿੰਗ ਆਫ ਦ ਕਿੰਗਸ। ਸੋ ਉਹ ਕੌਣ ਹੈ? ਰਾਜਾਨ, ਰਾਜ ਭਾਨਾਨ, ਭਾਨਾਨ ਆਪਾਂ ਪੜ੍ਹਦੇ ਵੀ ਉਧਰ ਤੇ। ਚਲੋ ਖੈਰ, ਐਨੀਵੇ ਆਪਾਂ ਗੁਰਬਾਣੀ ਤੋਂ ਬਾਹਰ ਨਹੀਂ ਜਾਣਾ। ਜਿਹੜਾ ਰਾਜਿਆਂ ਦਾ ਰਾਜਾ ਹੈ ਉਹ ਹੈ ਅਕਾਲ ਪੁਰਖ। ਪੰਚੇ ਸੋਹੇ ਦਰ ਰਾਜਾਨ ਦੇ ਨੰਨੇ ਨੂੰ ਔਂਕੜ, ਇੱਕ ਅਕਾਲ ਪੁਰਖ ਹੈ ਰਾਜਾਨ। ਭਾਵੇਂ ਲਫ਼ਜ਼ ਲੱਗ ਰਿਹਾ ਹੈ ਕਿ ਬਹੁਤੀਆਂ ਰਾਜਾਂ ਦੀ ਗੱਲ ਕੀਤੀ ਹੈ, ਦਰਬਾਰਾਂ ਦੀ ਤੇ ਗੱਲ ਹੀ ਨਹੀਂ ਹੈ ਇੱਥੇ, ਪਤਾ ਨਹੀਂ ਕਿੱਥੋਂ ਆ ਗਿਆ। ਇਹ ਅਕਾਲ ਪੁਰਖ ਦੇ ਵਾਸਤੇ ਲਫ਼ਜ਼ ਆਇਆ। ਪੰਚੇ ਸੋਹੇ ਦਰੇ ਰਾਜਾਨ, ਉਸ ਅਕਾਲ ਪੁਰਖ ਦੇ ਦਰ ਤੇ ਉਹ ਸ਼ੋਭਾ ਪਾਉਂਦੇ ਨੇ। ਫੀਚਰ ਹੋ ਗਿਆ। ਹੁਣ ਪੰਜ ਦਾ ਕਲੀਅਰ ਹੋ ਗਿਆ ਕਿ ਇਹ ਸ੍ਰੇਸ਼ਟ ਬੁੱਧੀ ਵਾਲਾ ਜਗਿਆਸੂ ਹੀ ਹੈ, ਇੱਕ ਹੀ ਹੈ। ਹੋਰ ਚੱਲੀਏ ਅੱਗੇ। ਕਹਿੰਦੇ ਪੰਚਾਂ ਕਾ ਗੁਰ ਏਕ ਧਿਆਨ। ਜਿਹੜਾ ਉਹ ਸ੍ਰੇਸ਼ਟ ਬੁੱਧੀ ਵਾਲਾ ਜਗਿਆਸੂ ਜਾਂ ਸ੍ਰੇਸ਼ਟ ਬਿਰਤੀ ਵਾਲਾ ਜਗਿਆਸੂ ਹੈ, ਉਸ ਦਾ ਧਿਆਨ ਕੇਵਲ ਅਕਾਲ ਪੁਰਖ ਦੇ ਨਾਮ ਵਿੱਚ ਹੁੰਦਾ ਹੈ, ਹੋਰ ਕਿਸੇ ਪਾਸੇ ਵੱਲ ਨਹੀਂ ਧਿਆਨ। ਇਸੇ ਕਰਕੇ ਬਾਬਾ ਨਾਨਕ ਜਿਹੜਾ ਹੈ ਉਹ ਸਾਨੂੰ ਗਿਆਨ ਦਿੰਦਾ ਵੀ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਹੋਰ ਕੋਈ ਕੰਮ ਜਿਹੜਾ ਹੈ ਉਹ ਸਾਡੇ ਅਧਿਆਤਮਕ ਜਾਂ ਆਤਮਕ ਸਫ਼ਰ ਦੇ ਵਿੱਚ ਸਹਾਈ ਨਹੀਂ ਹੋਏਗਾ ਇੱਕ ਨਾਮ ਅਭਿਆਸ ਤੋਂ ਇਲਾਵਾ। ਜਿੰਨੇ ਮਰਜ਼ੀ ਕਰੀ ਜਾਓ, ਜਿੰਨੇ ਮਰਜ਼ੀ ਕਰੀ ਜਾਓ, ਇਹ ਇੱਕ ਅਧਿਆਤਮ ਦੇ ਰਸ ਦੇ ਉੱਤੇ ਨਾਮ ਅਭਿਆਸ ਤੋਂ ਬਿਨਾਂ ਨਾ ਕੁਛ ਕਾਊਂਟ ਹੋਣਾ, ਨਾ ਕਿਸੇ ਚੀਜ਼ ਦੀ ਵੈਲਿਊ ਹੈ।
ਚੀਜ਼ ਦੀ ਵੈਲਿਊ ਨਹੀਂ ਸਿਵਾਏ ਇੱਕ ਨਾਮ ਤੋਂ। ਸੋ ਇਸ ਚੀਜ਼ ਨੂੰ ਆਪਾਂ ਹੋਰ ਇਹਨੂੰ ਥੋੜਾ ਜਿਹਾ ਇਹਦੀ ਪ੍ਰੋੜਤਾ ਕਰਦੇ ਆਂ। ਸ਼ਬਦ ਮੈਂ ਅੱਜ ਕੱਢ ਹੀ ਲਵਾਂ ਤੁਹਾਡੇ ਸਾਹਮਣੇ ਸਕਰੀਨ ਤੇ, ਤਾਂ ਜੋ ਸ਼ੇਅਰ ਹੋ ਜੇ, ਬਾਅਦ ਚ ਵੀ ਕੋਈ ਦੇਖੇ ਤਾਂ ਕੋਈ ਭੁਲੇਖਾ ਨਾ ਰਵੇ। ਜਾਪ ਤਾਪ ਨੇਮ ਸੁਚ ਸੰਜਮ, ਬੜਾ ਉੱਚ ਪਾਏ ਦਾ ਗਿਆਨ ਹੈ। ਸਿਰਫ ਮਾਈਂਡ ਸੈਟ ਜਿਹੜਾ ਹੈ ਤੁਹਾਨੂੰ ਥੋੜਾ ਜਿਹਾ ਆਪਣਾ ਤਬਦੀਲ ਕਰਨਾ ਪੈਣਾ, ਲਫ਼ਜ਼ਾਂ ਨੂੰ ਸਹੀ ਖੋਜ ਕੇ ਉਹਨਾਂ ਨੂੰ ਸਹੀ ਥਾਂ ਤੇ ਯੂਜ਼ ਕਰਨਾ ਪੈਣਾ। ਮਹੱਲੇ ਪੰਜਵੇਂ ਦਾ ਸ਼ਬਦ ਹੈ, ਪੋਥੀ ਪੰਨਾ ਨੰਬਰ 1301, ਕਾਨੜਾ ਮਹੱਲਾ ਪੰਜਵਾਂ। ਕਹਿੰਦੇ ਦੇਖੋ ਦੇਖੋ ਆਪਣੇ ਆਪ ਨੂੰ ਕਿੰਨੀ ਗਰੀਬੀ ਦੇ ਵਿੱਚ ਆ ਰਹੇ ਆ, ਕਿੰਨੀ ਗਰੀਬੀ ਦੇ ਵਿੱਚ। ਕੌਣ ਕਹੇਗਾ, ਕਿਹੜਾ ਬੰਦਾ ਇਸ ਚੀਜ਼ ਨੂੰ ਪ੍ਰਵਾਨ ਕਰੇਗਾ ਪਬਲਿਕਲੀ। ਕਹਿੰਦੇ ਕੁਚਲ ਕਠੋਰ ਕਪਟ ਕਾਮੀ, ਇਹ ਸਾਡੇ ਥਾਂ ਤੇ ਆ ਕੇ ਮਹੱਲਾ ਪੰਜਵਾਂ ਗੁਰੂ ਅਰਜਨ ਪ੍ਰਤੱਖ ਹਰ ਬੜੀ ਉੱਚੀ ਬਿਰਤੀ ਹੈ ਉਹਨਾਂ ਦੀ। ਔਰ ਦੇਖੋ ਕਿਸ ਤਰ੍ਹਾਂ ਲਫ਼ਜ਼ ਜਿਹੜੇ ਆ ਉਹ ਆਪਣੇ ਆਪ ਤੇ ਵਰਾ ਰਹੇ। ਕਾਨੜਾ ਮਹੱਲਾ ਪੰਜਵਾਂ ਲਿਖ ਕੇ ਕਹਿੰਦੇ ਕੁਚਲ ਕਠੋਰ ਕਪਟ ਕਾਮੀ। ਮੈਂ ਤੇ ਕਹਿੰਦੇ ਗੰਦੇ ਚਰਨ ਵਾਲਾ, ਕਠੋਰ ਆ, ਨਿਰਦਈ ਆ, ਕਪਟੀਆਂ ਠੱਗੀਆਂ ਕਰਨ ਵਾਲਾ, ਕਾਮੀ ਆ, ਕਾਮ ਦੇ ਵਿੱਚ ਰੁੱਝਿਆ ਹੋਇਆ। ਕਿਹੜਾ ਐਲਾਨ ਕਰੇਗਾ, ਜਿਉਂ ਜਾਣੈ ਹੈ ਤਿਉਂ ਤਾਰ ਸੁਆਮੀ। ਕਹਿੰਦੇ ਜਿੱਦਾਂ ਤੈਨੂੰ ਠੀਕ ਲੱਗਦਾ ਹੈ ਤੂੰ ਉਦਾਂ ਆਪਣਾ ਗੁਰ ਪ੍ਰਸਾਦ ਦੇ ਕੇ ਮੈਨੂੰ ਇਸ ਮਾਇਆ ਦੇ ਸਾਗਰ ਤੋਂ ਤਾਰਨਾ, ਮਾਇਆ ਤੋਂ ਮੈਨੂੰ ਛਡਾਉਣਾ। ਹਾਂਜੀ, ਹੁਣ ਇਹ ਸ਼ਬਦ ਚ ਅੱਗੇ ਆ ਕੇ ਕਹਿੰਦੇ ਆ, ਤੂੰ ਸਮਰੱਥ ਸ਼ਰਨ ਜੋਗ, ਤੂੰ ਰਾਖੇ ਆਪਣੀ ਕਲ ਧਾਰ। ਪਰਮਾਤਮਾ ਸਮਰੱਥ ਹੈ, ਆਪਣੀ ਤਾਕਤ ਦੇ ਨਾਲ ਸਭ ਕੁਝ ਕਰ ਸਕਦਾ, ਕਰਨ ਯੋਗ ਹੈ ਉਹ। ਅੱਛਾ, ਹੁਣ ਅੱਗੇ ਕਹਿੰਦੇ ਜਾਪ ਤਾਪ ਨੇਮ ਸੁਚ ਸੰਜਮ। ਹਰ ਅੱਖਰ ਦੇ ਬਾਅਦ ਐਕਚੁਅਲੀ ਸਪੇਸ ਹੈ। 5 ਚੀਜ਼ਾਂ ਨੇ, ਜਾਪ ਤਾਪ ਨੇਮ ਸੁਚ ਸੰਜਮ। ਹੁਣ ਇਹ ਜਿਹੜੇ ਜਾਪ ਤਾਪ ਨੇ, ਇਹ ਜਪ ਤਪ ਨਾਮ ਅਭਿਆਸ ਨਾਲੋਂ ਵੱਖਰੇ ਨੇ। ਆਪਾਂ ਇਹਨੂੰ ਜਦੋਂ ਆਪਾਂ ਸ਼ਬਦ ਵਿਚਾਰਿਆ ਸੀ, ਕਰਮਕਾਂਡ ਦੇ ਉੱਤੇ ਸ਼ਬਦ ਸੀ ਸਾਰਾ, ਉਹ ਆਪਾਂ ਉਹ ਸ਼ਬਦ ਵਿਚਾਰਿਆ ਸੀ, ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ। ਹੋਰ ਸ਼ਬਦ ਆਪਾਂ ਵਿਚਾਰਿਆ ਸੀ, ਕਰਮ ਧਰਮ ਪਖੰਡ ਜੋ ਦੀਸੈ, ਤਿਨ ਜਮ ਜਾਗਾਤੀ ਲੁੱਟੈ। ਇਹ ਉਹ ਜਾਪ ਤਾਪ ਨੇ ਕਿ ਦੁਨਿਆਵੀ ਕਰਮ ਕਾਂਡ ਕਰਨੇ, ਕਿ ਇਸ ਤਰ੍ਹਾਂ ਕਰਕੇ ਮੈਨੂੰ ਪਰਮਾਤਮਾ ਜਿਹੜਾ ਮੇਰੇ ਤੇ ਤਰੁੱਠੇਗਾ, ਜਾਂ ਮੈਂ ਪਰਮਾਤਮਾ ਦੀ ਕਿਰਪਾ ਦਾ ਪਾਤਰ ਬਣਾਂਗਾ। ਜਾਪ ਤਾਪ ਕਰਦੇ ਲੋਕ। ਫਿਰ ਨੇਮ, ਨਿਤਨੇਮ, ਜਿੱਦਾਂ ਰੋਜ਼ ਦਾ ਕੋਈ ਨੇਮ ਬਣਾ ਲੈਣਾ ਵੀ ਆਹ ਮੈਂ ਇੰਨਾ ਚੀਜ਼ ਇੰਨਾ ਕਰਨਾ ਹੀ ਕਰਨਾ। ਸਾਫ਼ ਰਿਜੈਕਟਡ ਹੈ, ਇੱਥੇ ਬਾਣੀ 'ਚ ਲਿਖਿਆ ਨੇਮ ਬਣਾਉਣੇ ਕਿ ਇੰਨਾ ਮੈਂ ਸਵੇਰੇ ਕਰੂੰ, ਇੰਨੇ 40 ਪਾਠ ਕਰੂੰ, ਸ਼ਾਮ ਨੂੰ ਮੈਂ 25 ਕਰੂੰ ਇਹਦੇ। ਹਾਂਜੀ, ਸੁੱਚ ਰੱਖਣੀ, ਬੜਾ ਉਹ ਜਿਹੜਾ ਦੂਜਾ ਸਰੀਰਕ ਪਵਿੱਤਰਤਾ ਵਾਸਤੇ, ਹਾਂ ਠੀਕ ਹੈ, ਹਾਈਜੀਨਿਕਲੀ ਠੀਕ ਹੈ, ਜ਼ਰੂਰ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ, ਲੇਕਿਨ ਇਹ ਧਾਰਮਿਕ ਕੰਮ ਨਹੀਂ ਹੈ। ਇਹਨੂੰ ਧਾਰਮਿਕ ਕੈਟਾਗਰੀ 'ਚ ਨਾ ਗਿਣਿਓ ਕਿਤੇ ਵੀ। ਅਸੀਂ ਰੱਬ ਸਾਨੂੰ ਬੜਾ, ਇਹ ਤਾਂ ਤੁਹਾਡੇ ਆਪਣੇ ਸਰੀਰ ਨੂੰ ਸਿਹਤਮੰਦ ਰੱਖਣ ਵਾਸਤੇ ਹੈ। ਰੱਬ ਨਾਲ ਇਹਦਾ ਕੋਈ ਸੰਬੰਧ ਨਹੀਂ ਹੈ। ਸੰਜਮ ਦਾ ਮਤਲਬ ਹੁੰਦਾ ਜੀ ਰਹਿਤ ਮਰਿਆਦਾ, ਰਹਿਤ ਮਰਿਆਦਾ, ਸੰਜਮ ਕੋਡ ਆਫ ਕੰਡਕਟ, ਉਹਨੂੰ ਫੋਲੋ ਕਰਨਾ। ਕਹਿੰਦੇ ਨਾਹੀ ਇਨ ਵਿਦੇ ਛੁਟਕਾਰ। ਇਹ ਨਾ ਸਮਝੀ ਕਿ ਧਾਰਮਿਕ ਕੰਮ ਨੇ ਕੋਈ ਵੀ ਤੇਰਾ ਛੁਟਕਾਰਾ ਹੋ ਜੂ। ਕਹਿੰਦੇ ਗਰਤ ਘੋਰ ਅੰਧ ਤੇ ਕਾਢੋ, ਪ੍ਰਭ ਨਾਨਕ ਨਦਰ ਨਿਹਾਰ। ਬਸ ਇੰਨਾ ਕੀ ਸ਼ਬਦ ਹੈ ਜੀ, ਗਰਤ ਘੋਰ ਅੰਧ ਤੇ ਕਾਢੋ। ਮੈਂ ਤੇ ਕੰਮ ਹੀ ਇਹ ਕਰੀ ਜਾਂਦਾ, ਮੈਂ ਤੇ ਕੰਮ ਹੀ ਮੈਂ ਤਾਂ ਦਿਨ ਰਾਤ ਮੈਂ ਨਿਤਨੇਮ ਚ ਰੁੱਝਿਆ ਪਿਆ, ਸਵੇਰੇ ਸ਼ਾਮ ਰਾਤ ਨੂੰ ਸੌਣ ਲੱਗੇ ਫੇਰ ਦੁਬਾਰਾ ਅਗਲੇ ਦਿਨ ਚੱਲ ਪੈਂਦਾ। ਫੇਰ ਉਹ ਜਾਪ ਤਾਪ ਜਾਂ ਹੋਰ ਆਪਣੇ ਜਿਹੜੇ ਆ ਮਰਿਆਦਾ ਫੋਲੋ ਕਰਨੀ, ਵੀ ਆਹ ਕੰਮ ਏਦਾਂ ਨਹੀਂ ਕਰਨਾ ਜੀ, ਏਦਾਂ ਕਰਨਾ, ਆਹ ਕੰਮ ਇਹਦੀ ਆਹ ਮਰਿਆਦਾ ਹੈਗੀ ਹੈ ਜੀ, ਏਦਾਂ ਲਿਖਿਆ, ਜਦੋਂ ਕਿ ਹੈ ਕੱਖ ਵੀ ਨਹੀਂ ਉਹ।
ਗੁਰਬਾਣੀ ਤੋਂ ਇਲਾਵਾ ਸਿੱਖ ਵਾਸਤੇ ਕੋਈ ਚੀਜ਼ ਜਿਉਂਦੀ ਜਾਗਦੀ ਨਹੀਂ ਹੈ। ਗੁਰਬਾਣੀ ਜਿਉਂਦੀ ਜਾਗਦੀ ਜੇ ਮੰਨੋਗੇ, ਭਰੋਸਾ ਕਰੋਗੇ, ਪ੍ਰੇਮ ਕਰੋਗੇ, ਤਾਂ ਇਸ ਅਧਿਆਤਮ ਦੇ ਰਾਸਤੇ ਤੇ ਸਫਲਤਾ ਹਾਸਲ ਕਰੋਗੇ। ਅਦਰਵਾਈਜ਼ ਜਿੱਥੋਂ ਸ਼ੁਰੂਆਤ ਕੀਤੀ ਸੀ ਉੱਥੇ ਹੀ ਖੜੇ ਰਹੋਗੇ। ਇੱਕ ਦਿਨ ਐਂਡ ਆ ਜਾਣਾ ਸਰੀਰ ਦਾ, ਉਹ ਪਤਾ ਨਹੀਂ ਲੱਗਣਾ, ਮੌਤ ਵੀ ਹੋ ਜਾਣੀ ਹੈ। ਲੇਕਿਨ ਉਹ ਚੀਜ਼ ਜਿਹੜੀ ਹੈ, ਗੁਰਬਾਣੀ 'ਚ ਜਿਹੜੀਆਂ ਚੀਜ਼ਾਂ ਦੀ ਜਿਹੜੇ ਬਿਰਤਾਂਤ ਦੱਸੇ ਗਏ ਸਾਨੂੰ ਕਿ ਅਭਿਆਸ ਕਰਕੇ ਅਸੀਂ ਕਿੱਥੇ ਪਹੁੰਚਣਾ ਹੈ, ਅਕਾਲ ਪੁਰਖ ਕਿਸ ਤਰ੍ਹਾਂ ਦਾ, ਕਿਸ ਤਰ੍ਹਾਂ ਸਾਡੀ ਜਿਹੜੀ ਲਾਈਫ ਹੈ ਉਹਨੂੰ ਇਹ ਸਹਾਈ ਹੈ, ਕਿੱਦਾਂ ਅਸੀਂ ਇਸ ਮਾਇਆ ਤੋਂ ਡਿਟੈਚ ਹੋਣਾ, ਇਹਦਾ ਆਨੰਦ ਅਵਸਥਾ ਦਾ ਜਾਂ ਹੋਰ ਦਸਮ ਦੁਆਰ ਦਾ ਜਾਂ ਗਗਨ ਦਮਾਮਾ ਬਾਜ, ਉਹ ਅਵਸਥਾਵਾਂ ਦਾ ਤੁਸੀਂ ਆਨੰਦ ਨਹੀਂ ਲੈ ਸਕੋਗੇ, ਉਹ ਤੋਂ ਵਾਂਝੇ ਰਹਿ ਜਾਓਗੇ। ਸੋ ਇਹ ਗਰਤ ਘੋਰ ਹੈ, ਅੰਧ ਹੈ, ਹਨੇਰਾ ਹੈ। ਇਹੀ ਅਰਦਾਸ ਕਰੋ ਕਿ ਸਾਨੂੰ ਦਿਨ ਰਾਤੀ ਅਰਾਧੋ ਪਿਆਰੋ, ਨਿਮਖ ਨਾ ਕੀਜੈ ਢਿਲਾਈ। ਲਿਖੇ ਦੀ ਕੀ ਵੈਲਿਊ ਹੈ ਵੀ ਫਿਰ ਜੇ ਹੋਰ ਹੀ ਕੰਮ ਕਰੀ ਜਾਣੇ ਸਾਰੀ ਜ਼ਿੰਦਗੀ? ਗੁਰਬਾਣੀ ਲਿਖੀ ਦੀ ਵੈਲਿਊ ਕੀ ਹੈ ਫਿਰ? ਹਰ ਜਾਪ ਨਾ ਛਾਡੂ ਏਕ ਘੜੀ, ਇਹਦੀ ਫਿਰ ਵੈਲਿਊ ਕੀ ਹੈ? ਇਹਨੂੰ ਮੰਨਣਾ ਕਿੱਦਾਂ ਫਿਰ? ਅਸੀਂ ਕਿੱਦਾਂ ਇਹਨੂੰ ਐਵੇਂ ਮੱਥੇ ਟੇਕੀ ਜਾਂਦੇ ਆਪਾਂ, ਢੱਕ ਕੇ ਰੱਖਿਆ ਰਮਾਲਿਆਂ 'ਚ। ਆ ਜਾਓ ਹੁਣ ਉਹ ਸ਼ਬਦ ਆਪਣਾ ਜਿਹੜਾ ਆਪਣਾ ਵਿਸ਼ਾ ਹੈ, ਆਪਾਂ ਮੁੜ ਕੇ ਉੱਥੇ ਚੱਲੀਏ। ਜਿਹੜਾ 16ਵਾਂ ਪਦਾ ਹੈ, ਹੁਣ ਇਹ ਫੀਚਰਸ ਦੀ ਆਪਾਂ ਗੱਲ ਕਰ ਰਹੇ ਸੀ। ਪੰਚੇ ਸੋਹੇ ਦਰ ਰਾਜਾਨ, ਰਾਜਾਨ ਦੇ ਨੰਨੇ ਨੂੰ ਔਂਕੜ ਹੈ, ਜਿਹੜਾ ਰਾਜਿਆਂ ਦਾ ਰਾਜਾ, ਕਿੰਗ ਆਫ ਦਾ ਕਿੰਗਸ, ਉਹ ਹੈ ਅਕਾਲ ਪੁਰਖ। ਜਿਹੜੇ ਪੰਚ ਨੇ, ਉੱਚੀ ਬਿਰਤੀ ਵਾਲੇ, ਸ੍ਰੇਸ਼ਟ ਬਿਰਤੀ ਵਾਲੇ, ਜਿਹੜੇ ਆਗੂ ਪ੍ਰਧਾਨ ਨੇ, ਉਹ ਉੱਥੇ ਉਸ ਦਰ ਤੇ ਸੋਭਾ ਪਾਉਂਦੇ ਆ। ਪੰਚਾ ਕਾ ਗੁਰ ਏਕ ਧਿਆਨ, ਜਿਹੜੇ ਉਸ ਅਵਸਥਾ ਵਾਲੇ ਸਿੱਖ ਨੇ, ਜਗਿਆਸੂ ਨੇ, ਉਹ ਹੋਰ ਕਿਸੇ ਬੰਨੇ ਧਿਆਨ ਨਹੀਂ ਦਿੰਦੇ। ਉਹ ਕੇਵਲ ਤੇ ਕੇਵਲ ਨਾਮ ਦਾ ਅਭਿਆਸ ਕਰਦੇ ਨੇ, ਹੋਰ ਕਿਸੇ ਪਾਸੇ ਉਹਨਾਂ ਦਾ ਅਕੀਦਾ ਨਹੀਂ, ਕੋਈ ਯਕੀਨ ਨਹੀਂ ਹੈ। ਹੁਣ ਅੱਗੇ ਚੱਲੀਏ। ਜੇ ਕੋ ਕਹਿ ਕਰੈ ਵਿਚਾਰ, ਕਰਤੇ ਕੈ ਕਰਨੈ ਨਾਹੀ ਸ਼ੁਮਾਰ। ਇਹ ਦੋ ਲਾਈਨਾਂ ਆਪਾਂ ਇਕੱਠੀਆਂ ਵਿਚਾਰਦੇ। ਜੇ ਕੋ ਕਹਿ ਕਰੈ ਵਿਚਾਰ, ਕਰਤੇ ਕੈ ਕਰਨੈ ਨਾਹੀ ਸ਼ੁਮਾਰ। ਹੁਣ ਦੱਸਿਆ ਸੀ ਵੀ ਜਿੱਥੇ ਦੋ ਲਾਵਾਂ ਆ ਜਾਣ ਲਫ਼ਜ਼ ਦੇ ਉੱਤੇ, ਕਹਿ ਜਾਂ ਕਰੈ। ਹੁਣ ਜੇ ਇੱਕ ਲਾਮ ਹੋਵੇ, ਕਹੇ, ਉਹ ਬਾਹਰੀ ਹੈ ਵੀ ਆਪਾਂ, ਜੇ ਕੋਈ ਇਹ ਗੱਲ ਕਹੇ ਤੇ ਮੈਂ ਉਦਾਂ ਹੀ ਕਰੂੰਗਾ, ਹੈ ਨਾ। ਜੇ ਕੋਈ ਗੱਲ ਕਰੇ ਤੇ ਮੈਂ ਵੀ ਕਰੂੰਗਾ, ਉਹ ਬਾਹਰ ਹੈ। ਜਦੋਂ ਦੋ ਲਾਵਾਂ ਲੱਗ ਗਈਆਂ, ਮੈਂ ਦੱਸਿਆ ਸੀ ਕਿ ਦੋ ਲਾਵਾਂ ਜਦੋਂ ਅੱਖਰ ਤੇ ਲੱਗੀਆਂ ਹੋਣ, ਉਹਦਾ ਜਿਹੜਾ ਡਾਇਰੈਕਟ ਸੰਬੰਧ ਹੋ ਜਾਂਦਾ, ਉਹ ਅਕਾਲ ਪੁਰਖ ਦੇ ਨਾਲ ਹੋ ਜਾਂਦਾ, ਪ੍ਰਭੂ ਨਾਲ ਰਿਲੇਟਡ ਕਰਮ ਹੋ ਜਾਂਦਾ ਉਹ। ਹੁਣ ਕਹਿ ਨਾਮ ਦਾ ਕਹਿਣਾ ਹੈ, ਕਰੈ ਨਾਮ ਦਾ ਕਰਨਾ ਹੈ, ਵਿਚਾਰ ਦੇ ਰਾਰੇ ਨੂੰ ਔਂਕੜ ਹੈ। ਵਿਚਾਰ ਹੈ ਹੀ ਨਾਮ ਹੈ, ਪੱਕਾ ਕਰ ਲੋ। ਕਿਉਂ? ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ। ਇਹ ਸਕਰੀਨ ਤੇ ਵੀ ਕੱਢ ਦਿੰਦੇ ਆ। ਵੈਸੇ ਤੁਕਾਂ ਸਾਰਿਆਂ ਦੇ ਕੋਲ ਫੋਨ ਹੈ, ਆਪਾਂ ਕਰ ਸਕਦੇ ਹਾਂ। ਮੈਨੂੰ ਕਈ ਵਾਰੀ ਇਦਾਂ ਇਹ ਸ਼ਬਦ ਕੱਢਦੇ ਕੱਢਦੇ ਸਮਾਂ ਲੱਗ ਜਾਂਦਾ। ਹੁਣ ਆਪਣੀ ਪ੍ਰੈਕਟਿਸ 1.5-2 ਸਾਲ ਹੋ ਚੱਲੇ ਆਪਾਂ ਨੂੰ, ਤੇ ਇਹ ਸ਼ਬਦ ਆਪ ਵੀ ਕੱਢ ਲਿਆ ਕਰੋ। ਬਿਲਕੁਲ ਜਦੋਂ ਮੈਂ ਬੋਲਦਾ, ਮੈਨੂੰ ਕਈ ਕਹਿੰਦੇ ਆ ਸ਼ਬਦ ਸਾਨੂੰ ਸਕਰੀਨ ਤੇ ਹੀ ਕੱਢਿਆ ਹੋਣਾ ਚਾਹੀਦਾ, ਲੇਕਿਨ ਉਹਦੇ ਨਾਲ ਫਿਰ ਆਪਣਾ ਸਮਾਂ ਜਿਹੜਾ ਜ਼ਿਆਦਾ ਲੱਗਦਾ। ਸੋ ਆ ਦੇਖੋ, ਉਦਮ ਕਰਤ ਆਨੰਦ ਭਇਆ, ਸਿਮਰਤ ਸੁਖਸਾਰ, ਜਪੇ ਜਪੇ ਨਾਮ ਗੋਬਿੰਦ ਕਾ ਪੂਰਨ ਵਿਚਾਰ। ਜਿਹੜੀ ਪੂਰਨ ਵਿਚਾਰ ਹੈ, ਉਹ ਨਾਮ ਦਾ ਹੀ ਅਭਿਆਸ ਹੈ, ਉਹ ਕੋਈ ਹੋਰ ਚੀਜ਼ ਨਹੀਂ ਹੈ। ਜੇ ਕੋ ਕਹਿ ਕਰੈ ਵਿਚਾਰ। ਆਓ ਹੁਣ ਇਹਨੂੰ ਹੁਣ ਖੋਲੀਏ। ਨਾਮ ਜਪਣ ਤੇ ਬੰਦਗੀ ਕਰਨ ਵਾਲਾ ਵੀ ਕਰਤੇ ਦੇ ਕ੍ਰਿਸ਼ਮਿਆਂ ਦੀ ਥਾਂ ਨਹੀਂ ਪਾ ਸਕਦਾ। ਉਹਦੀ ਜਿਹੜਾ ਉਹ ਬੇਅੰਤ ਹੈ, ਉਸ ਦਾ ਅੰਤ ਨਹੀਂ ਪਾ ਸਕਦਾ। ਇੰਨੀ ਸਿਆਣਪ ਨਹੀਂ ਆਏਗੀ ਕਿਸੇ ਦੇ ਵਿੱਚ। ਜੇ ਕੋ ਕਹਿ ਕਰੈ ਵਿਚਾਰ, ਜੇ ਕਰ ਵੀ ਰਿਹਾ, ਉਹ ਨਾਮ ਅਭਿਆਸ ਕਰ ਵੀ ਰਿਹਾ,
ਕਰਤੈ ਕੈ ਕਰਨੈ ਨਾਹੀ ਸੁਮਾਰ, ਪਰ ਉਸ ਬੇਅੰਤ ਕਰਤੇ ਪੁਰਖ ਦਾ ਅੰਤ ਨਹੀਂ ਪਾ ਸਕੇਗਾ। ਸਿੰਪਲ, ਇੰਨਾ ਸਿੰਪਲ ਹੈ। ਇਹ ਪਤਾ ਨਹੀਂ ਕਿੱਥੋਂ ਕੱਢ ਕੱਢ ਕੇ ਉਹਨਾਂ ਨੇ ਇਹ ਕਿੱਦਾਂ ਲਿਖਿਆ, ਮੈਨੂੰ ਨਹੀਂ ਪਤਾ ਲੱਗਿਆ। ਪਰ ਹਾਂ, ਇਹ ਹੈਲਪਫੁਲ ਜ਼ਰੂਰ ਹੈ। ਆਪਾਂ ਇਹਨੂੰ ਪੜ੍ਹ ਕੇ ਇਹਦੀ ਕਿਸੇ ਦੀ ਨਿੰਦਿਆ ਨਹੀਂ ਹੈ। ਹਰੇਕ ਨੇ ਆਪਣੀ ਆਪਣੀ ਸੇਵਾ ਕੀਤੀ ਹੈ। ਆਪਾਂ ਉਹਦਾ ਸਤਿਕਾਰ ਕਰਦੇ ਹਾਂ। ਕਰਤੇ ਕੈ ਕਰਨੈ ਨਾਹੀ ਸੁਮਾਰ। ਜਿੰਨਾ ਮਰਜੀ ਕੋਈ ਨਾਮ ਅਭਿਆਸੀ ਹੋਵੇ, ਬੰਦਗੀ ਕਰਨ ਵਾਲਾ ਹੋਵੇ, ਪਰ ਅਕਾਲ ਪੁਰਖ ਦਾ ਅੰਤ ਨਹੀਂ ਪਾ ਸਕਦਾ, ਉਹਦੇ ਕ੍ਰਿਸ਼ਮਿਆਂ ਦੀ ਥਾਹ ਨਹੀਂ ਪਾ ਸਕਦਾ। ਇੰਨਾ ਜ਼ਿਆਦਾ ਸਿਆਣਪ ਨਹੀਂ ਆਏਗੀ। ਇਸੇ ਕਰਕੇ ਹੀ ਬਾਣੀ ਦੇ ਵਿੱਚ ਬੇਅੰਤਾ ਬੇਅੰਤ ਗੁਣ ਤੇਰੇ, ਕੇਤਕ ਗਾਵਾਂ ਰਾਮ। ਹੋਰ ਅੱਗੇ ਚੱਲੀਏ, ਹੋਰ ਫੀਚਰ ਦੇਖੀਏ ਆਪਣਾ ਪੰਜ ਦਾ। ਹੋਰ ਫੀਚਰ ਕੀ ਹੈ? ਕਹਿੰਦੇ ਜੀ ਆ ਹੁਣ ਆ ਗਈ, ਬੜੀ ਪਟਾਕੇ ਵਾਲੀ ਗੱਲ ਆ ਗਈ। ਇਹਨੂੰ ਬੜੇ ਧਿਆਨ ਨਾਲ ਸਰਵਣ ਕਰਨਾ ਜੀ। ਧੌਲ ਧਰਮ ਦਇਆ ਕਾ ਪੂਤ। ਧਰਮ ਜਿਹੜਾ ਹੈ ਉਹ ਦਇਆ ਦਾ ਪੁੱਤਰ ਹੈ। ਧਰਮ ਹੈ ਤੇ ਦਇਆ ਹੈ, ਦਇਆ ਹੈ ਤੇ ਧਰਮ ਹੈ। ਨਾਮ ਧਰਮ ਵਾਸਤੇ ਦਇਆ ਹੋਣੀ ਜ਼ਰੂਰੀ ਹੈ। ਕਲਯੁਗ ਦੇ ਵਿੱਚ ਪ੍ਰਵਾਨ ਹੀ ਨਾਮ ਧਰਮ ਹੈ। ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸੁਖਮਨੀ ਸਾਹਿਬ ਜਿਹੜਾ ਇਹ ਹਰ ਘਰ ਦੇ ਵਿੱਚ ਪਾਠ ਹੁੰਦਾ ਹੈ, ਸਾਰੇ ਕਰਦੇ ਨੇ ਇਹ ਪਾਠ, ਉਹਦੇ ਚ ਲਿਖਿਆ ਹੈ ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਇੱਕੋ ਇੱਕ ਕੰਮ ਹੈ ਜਿਹੜਾ ਨਿਰਮਲ ਹੈ, ਇੱਕੋ ਇੱਕ ਕੰਮ ਹੈ ਜਿਹੜਾ ਸ੍ਰੇਸ਼ਟ ਹੈ। ਹੁਣ ਉਹ ਜਿਹੜਾ ਉਸ ਸ੍ਰੇਸ਼ਟ ਕੰਮ ਨੂੰ ਕਰ ਕਰਕੇ, ਉਹਦੀ ਕਮਾਈ ਕਰ ਕਰਕੇ ਉੱਥੇ ਤੱਕ ਉਹਦੇ ਨਾਲ ਜਾਣ ਪਛਾਣ ਕਰੂਗਾ, ਜਾਂ ਉਹਦੀ ਵੈਲਿਊ ਨੂੰ ਸਮਝੂਗਾ ਕਿ ਹਾਂ ਇਹਦਾ ਕੀ ਨਾਮ ਜਪਣ ਦਾ ਕੀ ਫਾਇਦਾ, ਕੀ ਉਹ ਫਿਰ ਸ੍ਰੇਸ਼ਟ ਬੁੱਧੀ ਵਾਲਾ ਹੋ ਜੂ। ਕਿਉਂਕਿ ਉਹ ਹੈ ਹੀ ਸਗਲ ਧਰਮ ਹੈ ਸ੍ਰੇਸ਼ਟ ਧਰਮ। ਨਾਮ ਜਪਣਾ ਹੈ ਹੀ ਸ੍ਰੇਸ਼ਟ ਹੈ। ਤੇ ਜੇ ਉਹ ਸ੍ਰੇਸ਼ਟ ਹੈ ਤੇ ਉਹਨੂੰ ਜਪ ਜਪ ਕੇ ਵੀ ਅਸੀਂ ਵੀ ਸ੍ਰੇਸ਼ਟ ਹੋਣਾ, ਅਸੀਂ ਵੀ ਪੰਜ ਪ੍ਰਵਾਨ ਹੋਣਾ। ਆ ਗਿਆ ਫੀਚਰ ਉਹਦਾ। ਮੈਨੂੰ ਪਤਾ ਨਹੀਂ ਵੀ ਮੈਂ ਕਿੰਨਾ ਕਿ ਇਸ ਬ੍ਰਹਮ ਗਿਆਨ ਦੇ ਨਾਲ ਨਿਆਂ ਕਰ ਸਕੂੰਗਾ ਜਾਂ ਕਰ ਰਿਹਾ, ਜਸਟਿਸ ਕਿੰਨਾ ਕੁ ਕਰ ਰਿਹਾ, ਪਰ ਆਪਣੇ ਵੱਲੋਂ ਮੈਂ 100% ਆਪਣਾ ਦੇ ਰਿਹਾ ਇਸ ਚੀਜ਼ ਨੂੰ ਸਮਝਣ ਵਾਲਾ। ਆਪ ਵੀ ਸਮਝ ਰਿਹਾ। ਮੈਂ ਇਹ ਨਾ ਸਮਝੋ ਕਿ ਮੈਂ ਬੜਾ ਸ੍ਰੇਸ਼ਟ ਹਾਂ ਜਾਂ ਮੈਂ ਬੜਾ, ਨਾ, ਬਿਲਕੁਲ ਨਹੀਂ। ਮੈਂ ਆਪ ਵੀ ਇਸ ਚੀਜ਼ ਨੂੰ ਹੁਣੇ ਸਮਝ ਰਿਹਾ, ਨਾਲ ਹੀ ਤੁਹਾਡੇ ਬਿਲਕੁਲ ਉਸੇ ਚੀਜ਼ ਜਿੱਥੇ ਤੁਸੀਂ ਖੜੇ ਹੋ ਉੱਥੇ ਮੈਂ ਖੜਾ। ਇਸ ਚੀਜ਼ ਨੂੰ ਸਮਝ ਰਹੇ ਹਾਂ। ਪਰਮਾਤਮਾ ਬਖਸ਼ਿਸ਼ ਕਰ ਰਿਹਾ, ਉਹਦਾ ਗੁਰਪ੍ਰਸਾਦ ਦੇ ਪਾਤਰ ਬਣ ਰਹੇ ਹਾਂ। ਹੁਣ ਧੌਲ ਧਰਮ ਦਇਆ ਕਾ ਪੂਤ। ਧਰਮ ਜਿਹੜਾ ਹੈ ਉਹ ਦਇਆ ਦਾ ਪੁੱਤਰ ਹੈ। ਜੇ ਧਰਮ ਹੈ ਤੇ ਦਇਆ ਹੈ, ਜੇ ਦਇਆ ਹੈ ਤੇ ਧਰਮ ਹੈ। ਨਾਮ ਧਰਮ ਕਰਨ ਵਾਸਤੇ, ਨਾਮ ਧਰਮ ਦੇ ਰਾਸਤੇ ਤੇ ਚੱਲਣ ਵਾਸਤੇ ਦਇਆ ਦਾ ਹੋਣਾ ਬਹੁਤ ਜ਼ਰੂਰੀ ਹੈ। ਦਇਆ ਨਹੀਂ ਹੋਏਗੀ ਤੇ ਧਰਮੀ ਹੋਣਾ ਅਸੰਭਵ ਹੈ, ਮੁਸ਼ਕਿਲ ਹੈ, ਅਸੰਭਵ ਹੈ। ਅਸੰਭਵ, ਮੁਸ਼ਕਿਲ ਕੀ, ਅਸੰਭਵ ਹੈ, ਪੋਸੀਬਲ ਨਹੀਂ ਹੈ। ਅੱਗੇ ਕਹਿੰਦੇ ਸੰਤੋਖ ਥਾਪ ਰੱਖਿਆ ਜਿਨ ਸੂਤ। ਧਰਮ ਨੇ ਹੀ ਦੁਨੀਆ ਨੂੰ ਸੰਤੋਖ ਦੀ ਮਰਿਆਦਾ ਦੇ ਵਿੱਚ ਬੰਨ੍ਹ ਕੇ ਰੱਖਿਆ ਹੋਇਆ ਹੈ। ਧਰਮੀ, ਸੰਤੋਖੀ, ਇਹ ਸ਼ਬਦ, ਇਹ ਅੱਖਰ ਕਿੱਥੇ ਲਿਜਾਉਂਦੇ ਨੇ? ਕੀ ਸਾਨੂੰ ਇਹ ਮਹਿਨਾ ਦਿੰਦੇ ਨੇ? ਪ੍ਰਭੂ ਦੇ ਭਾਣੇ ਵਿੱਚ ਰਹਿਣ ਵਾਲਾ। ਸੰਤੋਖੀ ਪ੍ਰਭੂ ਦੇ ਭਾਣੇ ਵਿੱਚ ਰਹਿਣ ਵਾਲਾ, ਧਰਮੀ ਪ੍ਰਭੂ ਦੇ ਭਾਣੇ ਵਿੱਚ ਰਹਿਣ ਵਾਲਾ। ਆਓ ਹੁਣ ਇੱਕ ਵਾਰੀ ਫੇਰ ਪੜ੍ਹਦੇ ਹਾਂ। ਸੰਤੋਖ ਥਾਪ ਰੱਖਿਆ ਜਿਨ ਸੂਤ।
ਇਹੀ ਜਿਹੜਾ ਦਇਆ ਦਾ ਪੁੱਤਰ ਹੈ, ਧਰਮ ਹੈ, ਇਸ ਨੇ ਹੀ ਦੁਨੀਆ ਨੂੰ ਸੰਤੋਖ ਦੀ ਮਰਿਆਦਾ ਦੇ ਵਿੱਚ ਬੰਨ੍ਹ ਕੇ ਰੱਖਿਆ ਹੋਇਆ ਹੈ। ਅੱਗੇ ਚਲੀਏ। ਜੇ ਕੋ ਬੁੱਝਾ ਹੋਵੇ ਸਚਿਆਰ, ਜੇ ਕੋ ਬੁਝੈ ਹੋਵੇ ਸਚਿਆਰ, ਅਕਾਲ ਪੁਰਖ ਦੇ ਨਾਮ ਨੂੰ ਬੁੱਝਣ ਵਾਲਾ ਧਰਮ ਦੇ ਰਾਸਤੇ ਨੂੰ ਫੋਲੋ ਕਰੇਗਾ, ਸਚਿਆਰ, ਉਹ ਅਵਸ਼ ਹੀ ਪ੍ਰਭੂ ਨੂੰ ਮਿਲ ਸਕੇਗਾ। ਸਚਿਆਰ ਜਿਹੜਾ ਸੱਚ ਦੇ ਮਾਰਗ ਤੇ ਚੱਲੇਗਾ, ਜਿਹੜਾ ਨਾਮ ਧਰਮ ਦੇ ਮਾਰਗ ਤੇ ਚੱਲੇਗਾ। ਸੱਚ ਚੱਚੇ ਨੂੰ ਔਂਕੜ ਆ ਗਿਆ, ਹੈ ਹੀ ਅਕਾਲ ਪੁਰਖ ਜਾਂ ਨਾਮ ਦੀ ਗੱਲ ਹੈ। ਤੇ ਜਿਹੜੇ ਉਸ ਨੂੰ ਫੋਲੋ ਕਰਨਗੇ ਉਹ ਸਚਿਆਰ ਹੋਣਗੇ, ਜਿਹੜੇ ਉਸਦੇ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਉਹ ਸਚਿਆਰ ਹੋਣਗੇ ਜਿਹੜੇ ਉਸ ਚੀਜ਼ ਨੂੰ ਫੋਲੋ ਕਰਨਗੇ। ਜੇ ਕੋ ਬੁਝਾ ਹੋਵੇ ਸਚਿਆਰ, ਧਵਲੇ ਉੱਪਰ ਕੇਤਾ ਭਾਰ। ਧਰਮ ਦੇ ਰਾਸਤੇ ਤੇ ਚੱਲਣਾ ਅਤ ਬਿਖੜਾ ਹੈ, ਔਖਾ ਹੈ, ਕੋਈ ਅੰਦਾਜ਼ਾ ਨਹੀਂ ਲਾ ਸਕਦਾ ਵੀ ਕਿੰਨਾ ਕੁ ਔਖਾ ਹੈ। ਕੋਈ ਅੰਦਾਜ਼ਾ ਨਹੀਂ ਲਾ ਸਕਦਾ। ਧਰਤੀ ਹੋਰ, ਪਰੈ ਹੋਰ ਹੋਰ। ਧਰਤੀਆਂ ਹੀ ਧਰਤੀਆਂ ਨੇ। ਉਹ ਸਨਾਤਨੀ ਕਹਿੰਦੇ ਸੀ ਨਾ ਵੀ ਧਰਤੀ ਨੂੰ ਬਲਦ ਨੇ ਚੁੱਕਿਆ ਹੈ। ਜੇ ਧਰਤੀ ਨੂੰ ਬਲਦ ਨੇ ਚੁੱਕਿਆ ਹੈ ਤੇ ਫਿਰ ਬਲਦ ਕਿੱਥੇ ਖੜਾ? ਹਾਂ, ਬਲਦ ਨੇ ਮੰਨ ਲਿਆ, ਚਲੋ ਵੀ ਧਰਤੀ ਨੂੰ ਚੁੱਕਿਆ, ਉਹ ਬਲਦ ਖੜਾ ਕਿੱਥੇ ਹੈ? ਜੇ ਉਹ ਧਰਤੀ ਤੇ ਖੜਾ ਹੈ ਤੇ ਜਿਹੜੀ ਧਰਤੀ ਦੱਸਦੇ ਆ ਉਹਨੇ ਚੁੱਕੀ ਹੈ, ਤੇ ਉਹ ਫਿਰ ਉਹ ਕਿਹਨੇ ਚੁੱਕੀ ਹੈ? ਇਸੇ ਕਰਕੇ ਬਾਬਾ ਨਾਨਕ ਜਿਹੜਾ ਉਹਦੀ ਫਿਲਾਸਫੀ ਕਹਿੰਦੀ, ਧਰਤੀ ਹੋਰ ਪਰੈ ਹੋਰ ਹੋਰ। ਪਤਾ ਨਹੀਂ ਕਿੰਨੀਆਂ ਕੁ ਧਰਤੀਆਂ ਨੇ, ਕਿੰਨੇ ਕੁ ਬਲਦ ਏਦਾਂ ਦੇ। ਤੁਸੀਂ ਇੱਕ ਬਲਦ ਨੂੰ ਦੱਸਦੇ ਹੋ ਵੀ ਆ ਖੜਾ, ਕੋਈ ਤੁੱਕ ਨਹੀਂ ਹੈ, ਕੋਈ ਲੌਜਿਕ ਹੀ ਨਹੀਂ ਹੈ ਉਹਦੇ ਚ। ਉਹ ਬਲਦ ਕਿੱਥੇ ਖੜਾ ਆਪ? ਧਰਤੀ ਹੋਰ ਪਰੈ ਹੋਰ ਹੋਰ। ਹੇਠਲੀ ਕਿਹੜੀ ਸ਼ਕਤੀ ਹੈ ਜਿਸ ਨੇ ਧਰਮ ਰੂਪੀ, ਹੁਣ ਬਲਦ ਬੁਲਦ ਜਿਹੜਾ ਇਹ ਕੁਛ ਨਹੀਂ ਹੈ। ਹੁਣ ਦੱਸਦੇ ਆ ਬਲਦ ਕੀ ਹੈ। ਇਹ ਸ਼ਕਤੀ ਹੈ ਧਰਮ ਰੂਪੀ। ਬਲਦ ਜਿਹੜਾ ਖੜਾ ਹੈ, ਸ਼ਕਤੀ, ਪਾਵਰ, ਉਹ ਹੈ ਅਕਾਲ ਪੁਰਖ ਤੇ ਉਸ ਦਾ ਗੁਰਪ੍ਰਸਾਦ। that is total of ਨਾਮ ਧਰਮ। ਅਕਾਲ ਪੁਰਖ plus ਅਕਾਲ ਪੁਰਖ ਦਾ ਗੁਰਪ੍ਰਸਾਦ is equal to ਨਾਮ ਧਰਮ। ਇਹ ਬਾਬੇ ਨਾਨਕ ਦੀ ਫਿਲਾਸਫੀ ਹੈ। ਹੋਰ ਐਵੇਂ ਉਹ ਬਾਕੀ ਆ ਸ਼ਾਸਤਰ ਜਾਂ ਹੋਰ ਕਿਤੇੋਂ ਗਿਆਨ ਪੜ੍ਹ ਪੜ੍ਹ ਕੇ ਸਟੇਜਾਂ ਤੇ ਦੱਸੀ ਜਾਣਾ ਵੀ ਬਲਦ ਨੇ ਚੁੱਕਿਆ, ਉਹ ਬਲਦ ਬਾਰੇ ਪਤਾ ਹੀ ਨਹੀਂ ਵੀ ਕਿੱਦਾਂ, ਉਹ ਆਪ ਕਿੱਥੇ ਖੜਾ। ਜੇ ਸਵਾਲ ਕਰ ਲਓ ਫਿਰ ਅਗਲੇ ਅੱਗੋਂ ਟੁੱਟ ਕੇ ਪੈਂਦੇ ਆ, ਤੂੰ ਹੈਗਾ ਕੌਣ ਆ? ਟੁੱਟ ਕੇ ਪੈਂਦੇ ਆ ਅਗਲੇ। ਪਤਾ ਨਹੀਂ ਕਿੰਨੀਆਂ ਕੁ ਧਰਤੀਆਂ ਨੇ, ਉਸ ਬੇਅੰਤ ਦੀ ਕੋਈ ਥਾਂ ਨਹੀਂ ਹੈ, ਕੋਈ ਉਹਦਾ ਅੰਤ ਨਹੀਂ ਹੈ। ਸੋ ਜਿਹੜਾ ਇਹ ਬਲਦ ਦੀ ਗੱਲ ਕਰਦੇ ਆ, ਉਹ ਕੇਵਲ ਤੇ ਕੇਵਲ ਅਕਾਲ ਪੁਰਖ ਹੈ, ਕਰਤਾ ਪੁਰਖ ਹੈ, ਉਹਦਾ ਗੁਰਪ੍ਰਸਾਦ ਹੈ। ਜੇ ਕੋ ਬੁੱਝਿਆ ਹੋਵੇ ਸਚਿਆਰ, ਇਹ ਸਚਿਆਰ ਬਣਨਾ ਪਊ। ਪ੍ਰਕਾਸ਼ ਦੀ ਅਵਸਥਾ 'ਚ ਖਿਲਣਾ ਪਊ ਇਹਨਾਂ ਚੀਜ਼ਾਂ ਦੇ ਉੱਤੇ ਵਿਚਾਰ ਕਰਨ ਵਾਸਤੇ, ਇਹਨਾਂ ਚੀਜ਼ਾਂ ਦੀ ਗੱਲ ਕਰਨ ਵਾਸਤੇ, ਇਹਨਾਂ ਚੀਜ਼ਾਂ ਦਾ ਗਿਆਨ ਹਾਸਲ ਕਰਨ ਵਾਸਤੇ। ਅੱਛਾ, ਹੋਰ ਅੱਗੇ ਚੱਲੀਏ ਜੀ। ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰ ਤਲੈ ਕਵਣ ਜੋਰ।
अगे जी जात रंगा के नाव। सारियां ही धरतियां, सारी सृष्टि ਨੂੰ ਕਰਤੇ ਪੁਰਖ ਨੇ ਕਈ ਰੰਗਾਂ, ਕਈ ਨਸਲਾਂ, ਕਈ ਨਾਮਾਂ ਵਾਲੇ ਜੀਵ ਪੈਦਾ ਕੀਤੇ ਨੇ। ਜੀ ਜਾਤ ਰੰਗਾਂ ਕੇ ਨਾਮ, ਹੁਣ ਉਹ ਕਰਤੇ ਪੁਰਖ ਦੀ ਗੱਲ ਹੋ ਰਹੀ ਹੈ, ਉਹਦਾ ਫੀਚਰ ਆ ਰਿਹਾ ਵੀ ਜਿਹੜਾ ਉਹ ਬਲਦ ਹੈ, ਜਿਹੜਾ ਆਪਾਂ ਉਹਨੂੰ ਐਕਚੁਅਲ ਬਲਦ ਨੂੰ ਰਿਜੈਕਟ ਕਰਕੇ ਉੱਥੇ ਆਪਾਂ ਕਰਤੇ ਪੁਰਖ ਨੂੰ ਆਪਾਂ ਲਾ ਰਹੇ ਹਾਂ ਕਿ ਅਕਾਲ ਪੁਰਖ ਤੇ ਉਸ ਦਾ ਗੁਰਪ੍ਰਸਾਦ ਹੀ ਹੈ ਜਿਨੇ ਇਹ ਧਰਤੀਆਂ ਸਾਜੀਆਂ ਨੇ, ਜਿਨੇ ਇਹ ਧਰਤੀ ਹੋਰ ਪਰੈ ਹੋਰ ਜਾਂ ਧਰਤੀ ਨੂੰ ਜੇ ਚੁੱਕਿਆ ਕਿਸੇ ਨੇ, ਉਹ ਪਾਵਰ ਹੈ ਕਰਤੇ ਪੁਰਖ ਦੀ, ਉਸਦੇ ਗੁਰਪ੍ਰਸਾਦ ਦੀ। फिर जी जात रंगा के नाव, सारियां धरतियां या सारी सृष्टि ते करते पुरख ने कई रंगां, कई नस्लां, कई नामां वाले जीव पैदा कीते ने। सबना लिखिया वुड़ी कलाम। वुड़ी ਇਹ ਵੀ ਬੜਾ ਹੁਣ ਔਖਾ ਸ਼ਬਦ ਹੈ। ਵੁੜੀ ਵੀ, ਵੁੜੀ ਕੀ ਹੋਇਆ? ਵੁੜੀ ਦਾ ਆਖਰੀ ਅਰਥ ਹੈ ਜੀ ਕੰਟੀਨਿਊਸਲੀ, ਕੋਈ ਬ੍ਰੇਕ ਨਹੀਂ, ਕੰਟੀਨਿਊ, ਜਿਹਨੂੰ ਆਪਾਂ ਕਹਿੰਦੇ ਆ ਅਨਹਦ। ਵੁੜੀ ਜਿਹਦੀ ਕੋਈ ਹੱਦ ਬੰਨਾ ਨਹੀਂ ਆ, ਜਦੋਂ ਅਨਹੱਤਤਾ, ਜਿਹਦੇ ਵਿੱਚ ਕੋਈ ਬ੍ਰੇਕ ਨਹੀਂ ਆ, ਕੰਟੀਨਿਊਸਲੀ। ਸਭਨਾ ਲਿਖਿਆ ਵੁੜੀ ਕਲਾਮ, ਸਭਨਾ ਜੀਆਂ ਦਾ ਲੇਖਾ ਜੋਖਾ ਨਿਰੰਤਰ ਲਿਖਿਆ ਜਾ ਰਿਹਾ ਹੈ, ਉਸ ਦੇ ਵਿੱਚ ਕੋਈ ਕੁਤਾਹੀ ਨਹੀਂ ਹੈ, ਕੋਈ ਕੁਤਾਹੀ ਨਹੀਂ ਹੈ। ਸਭਨਾ ਲਿਖਿਆ ਵੁੜੀ ਕਲਾਮ। ਇਹ ਨਾ ਸਮਝੋ ਕਿ ਕਰਤੇ ਪੁਰਖ ਨੂੰ ਅਸੀਂ ਮੂਰਖ ਬਣਾ ਲਾਂਗੇ, ਲੋਗਨ ਰਾਮ ਖਲੋਣਾ ਜਾਣਾ, ਵੀ ਇਦਾਂ ਕਰਕੇ ਉਹਨੂੰ ਕਿਸੇ ਹੋਰ ਤਰੀਕੇ ਨਾਲ ਰਝਾ ਲਾਂਗੇ, ਇਹ ਪੋਸੀਬਲ ਨਹੀਂ ਹੋਣਾ। ਸਭਨਾ ਲਿਖਿਆ ਵੁੜੀ ਕਲਾਮ, ਸਭ ਦਾ ਜਿਹੜਾ ਲੇਖਾ ਜੋਖਾ ਐਂਡ ਫੁੱਲ ਪ੍ਰੂਫ ਜਿਹੜਾ ਸਿਸਟਮ ਚੱਲ ਰਿਹਾ ਉੱਥੇ, ਨਿਰੰਤਰ ਲਿਖਿਆ ਜਾ ਰਿਹਾ, ਉਹਦੇ ਚ ਕੋਈ ਕੁਤਾਹੀ ਨਹੀਂ ਹੋ ਰਹੀ। ਸਭਨਾ ਲਿਖਿਆ ਵੁੜੀ ਕਲਾਮ, ਕੰਟੀਨਿਊਸਲੀ। ਹਾਂ, ਅੱਗੇ ਹੈ ਇਹ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੀਤਾ ਹੋਏ। ਇਹ ਲੇਖਾ ਹੈ ਜੀਵਾਂ ਦਾ ਕਰਮ ਲੇਖਾ, ਕਿੰਨਾ ਵਿਸਥਾਰ ਵਾਲਾ ਹੈ, ਕਿਸੇ ਦੀ ਵੀ ਲਿਖਣ ਸ਼ਕਤੀ ਤੋਂ ਬਾਹਰ ਹੈ। ਇਹ ਲੇਖਾ ਲਿਖ ਜਾਣਾ ਕੋਈ, ਲੇਖਾ ਲਿਖਿਆ ਕੀਤਾ ਹੋਏ, ਇਹਦਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ। ਬੜੀ ਬੜੀ ਸਿੰਪਲ ਮੈਨਰ ਦੇ ਵਿੱਚ ਆਪਾਂ ਚੱਲਣਾ, ਬੜੇ ਸਿੰਪਲ ਮੈਨਰ ਦੇ ਵਿੱਚ, ਤਾਂ ਇਹ ਚੀਜ਼ਾਂ ਸਾਨੂੰ ਸਾਡੇ ਅੰਦਰ ਘਰ ਕਰਨਗੀਆਂ ਔਰ ਸਾਨੂੰ ਸਮਝ ਆਊ ਇਹਨਾਂ ਦੀ। ਇਹ ਲੇਖਾ ਲਿਖ ਜਾਣਾ ਕੋਏ, ਜੀਵਾਂ ਦਾ ਕਰਮ ਲੇਖਾ ਕਿੰਨਾ ਵਿਸਥਾਰ ਹੈ, ਉਹ ਕਿੰਨਾ ਵੱਡਾ ਹੈ, ਕਿਸੇ ਦੀ ਵੀ ਲਿਖਣ ਸ਼ਕਤੀ ਤੋਂ ਬਾਹਰ ਹੈ। ਲੇਖਾ ਲਿਖਿਆ ਕੀਤਾ ਹੋਏ, ਇਹ ਲੇਖਾ ਲਿਖ ਜਾਣਾ ਕੋਏ। ਅੱਗੇ ਆ ਜਾਓ, ਕਹਿੰਦੇ ਕੇਤਾ ਤਾਣ ਸਵਾਲਿਓ ਰੂਪ, ਕੀਤੀ ਦਾਤ ਜਾਣੇ ਕੌਣ ਕੂਤ। ਤਾਣ, ਤਾਣ ਦੇਣਾ ਨੇ ਨੂੰ ਔਂਕੜ ਹੈ। ਤਾਣ ਦਾ ਮਤਲਬ ਹੈ ਹੀ ਗੁਰਪ੍ਰਸਾਦ ਹੈ, ਕਿਰਪਾ ਹੈ। ਪ੍ਰਭੂ ਦਾ ਗੁਰਪ੍ਰਸਾਦ ਕਿੰਨਾ ਵੱਡਾ ਹੈ, ਉਹ ਕਿੰਨਾ ਸੁੰਦਰ ਹੈ। ਕੇਤਾ ਤਾਣ, ਕਿੰਨਾ ਵੱਡਾ ਗੁਰਪ੍ਰਸਾਦ। ਸਵਾਲਿਓ ਰੂਪ, ਕਿੰਨਾ ਸੋਹਣਾ ਹੈ। ਕੀਤੀ ਦਾਤ ਜਾਣੇ ਕੌਣ ਕੂਤ, ਉਸ ਦੀਆਂ ਦਾਤਾਂ ਦਾ ਅੰਦਾਜ਼ਾ ਕੌਣ ਲਾ ਸਕਦਾ ਹੈ। ਕੂਤ ਦਾ ਮਤਲਬ ਹੈ ਐਸਟੀਮੇਟ, ਅੰਦਾਜ਼ਾ। ਕੂਤ ਇਹ ਬੜੇ ਔਖੇ ਲਫ਼ਜ਼ ਨੇ, ਇਹਨਾਂ ਦਾ ਨਾਲ ਦੀ ਨਾਲ ਮੀਨਿੰਗ ਇਹਨਾਂ ਨੇ ਵੀ ਲਿਖਿਆ ਹੈ, ਅੰਦਾਜ਼ਾ। ਕੂਤ ਦਾ ਮਤਲਬ ਹੈ ਅੰਦਾਜ਼ਾ। ਪ੍ਰਭੂ ਦਾ ਗੁਰਪ੍ਰਸਾਦ ਕਿੰਨਾ ਵੱਡਾ ਹੈ, ਕਿੰਨਾ ਵਿਸ਼ਾਲ ਹੈ, ਉਹ ਕਿੰਨਾ ਸੁੰਦਰ ਹੈ, ਉਸ ਦੀਆਂ ਦਾਤਾਂ ਦਾ ਅੰਦਾਜ਼ਾ ਕੌਣ ਲਾ ਸਕਦਾ ਹੈ। ਦੇਖੋ ਹੁਣ ਉਹਦੀ ਦਾਤ ਔਰ ਉਹਦਾ ਜਿਹੜਾ ਉਹਦੀ ਵਿਸ਼ਾਲਤਾ ਦਾ ਜ਼ਿਕਰ ਅੱਗੇ ਹੋਣ ਲੱਗਾ।
ਕਹਿੰਦੇ ਕੀਤਾ ਪਸਾਓ ਏਕੋ ਕਵਾਓ। ਕਵਾਓ, ਕਵਾਓ ਦਾ ਮਤਲਬ ਹੈ ਇਹ ਮਾਝੇ ਦੀ ਬੋਲੀ ਹੈ। ਆਪਾਂ ਤਾਂ ਕਹਿੰਦੇ ਆ ਸਾਰਿਆਂ ਨੂੰ ਸਮਝ ਆਉਂਦੀ ਹੈ ਵੀ ਉਹ ਤੂੰ ਬੋਲਦਾ ਨਹੀਂ। ਮਾਝੇ ਚ ਕਹਿੰਦੇ ਆ ਇੱਧਰ ਅੰਮ੍ਰਿਤਸਰ ਗੁਰਦਾਸਪੁਰ ਦੇ ਇਲਾਕੇ ਚੋਂ, ਕੂੰਦਾ ਨਹੀਂ ਤੂੰ, ਕੂੰਦਾ ਨਹੀਂ, ਕਵਾਓ। ਕਹਿੰਦੇ ਇੱਕੋ ਆਵਾਜ਼ ਤੇ ਗੂੰਜ ਵਿੱਚ ਸ੍ਰਿਸ਼ਟੀ ਦੀ ਸਿਰਜਣਾ ਹੋਈ। ਕੀਤਾ ਪਸਾਓ ਏਕੋ ਕਵਾਓ, ਇੱਕ ਆਵਾਜ਼ ਤੇ ਗੂੰਜ ਵਿੱਚ ਸ੍ਰਿਸ਼ਟੀ ਦੀ ਸਿਰਜਣਾ ਹੋਈ। ਤਿਸ ਤੇ ਹੋਏ ਲੱਖ ਦਰਿਆਓ। ਰੱਬ ਅਕਾਲ ਪੁਰਖ ਪ੍ਰਭੂ ਦੇ ਸ਼ਬਦ ਤੋਂ ਹੀ ਸਾਰੇ ਬ੍ਰਹਿਮੰਡ ਦੀ ਰਚਨਾ ਹੋਈ। ਕਵਾਓ ਇੱਥੇ ਆ ਗਿਆ ਸ਼ਬਦ, ਕਵਾਓ। ਤਾਣ ਪ੍ਰਭੂ ਦਾ ਗੁਰਪ੍ਰਸਾਦ। ਇਹ ਲਫ਼ਜ਼ ਜਿਹੜੇ ਵੁੜੀ ਯਾਦ ਰੱਖਣੇ ਆ, ਨਿਰੰਤਰ ਨਿਰੰਤਰ ਕਲਾਮ, ਜਿਹੜਾ ਲਿਖਣਾ, ਜਿਹੜਾ ਧੌਲ ਹੈ ਇਹ ਧਰਮ ਨੂੰ ਰਿਪਰੈਜ਼ੈਂਟ ਕਰਦਾ। ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਇੱਕ ਸ਼ਬਦ ਦੇ ਜ਼ਰੀਏ ਹੀ ਇਹ ਸਾਰਾ ਪਸਾਰਾ, ਸਾਰਾ ਸੰਸਾਰ ਬਣਾ ਦਿੱਤਾ। ਕੁਦਰਤ ਕਵਣ ਕਹਾਂ ਵਿਚਾਰ। हे करते पुरख, हे अकाल पुरख प्रभु, मैं तेरे बारे, मैं केवल तेरी बंदगी ही कर सकदा। कुदरत कवण कहाँ विचार, तेरा कोई अंदाजा मैं ला नहीं सकदा, तेरी था मैं पा नहीं सकदा। कहाँ विचार, पर मैं नाम अभ्यास कर सकदा। जप जप नाम गोबिंद का पूर्ण विचार। इस चीज नूं समझना, इस चीज नूं किते खोलिया नहीं गया। कंटिन्यू पढ़ो। कीता पसाओ एको कवाओ, एक शब्द के जरिए सारी ब्रह्मंड की रचना हुई। तिस ते होए लख दरिया, लखां दरिया बन गए। कहते तेरी कुदरत का कोई अंदाजा नहीं है, ते मैं की करा, कहां विचार। मैं सिर्फ नाम का अभ्यास करा। गरीबी है, जान नहीं सकते ਉਹਨੂੰ, ਉਹਦੀ ਥਾਂ नहीं पा सकते। सिर्फ ਉਹਦਾ नाम ही ਜਿਹੜਾ ਜਪਿਆ ਜਾ ਸਕਦਾ है। कुदरत कवण किन्नी वड्डी है, किन्नी विशाल ਉਹਦੀ कुदरत है, ਉਹਦਾ अंदाजा नहीं लग सकता। सिर्फ ਅਸੀਂ नाम ही जप सकते हैं। ਹੁਣ अगला भी बड़ा ध्यान मंगदी है चीज, वारिया न जावां एक वार। एक वार ਨੂੰ ਹੁਣ ਤੁਸੀਂ ਲੈ ਲਓ, ਸਿੰਪਲ ਅਰਥ ਨੇ ਇੱਕੋ ਵਾਰ। ਇੱਕੋ ਵਾਰ ਕੀ ਹੈ? ਇੱਕੋ ਵਾਰ ਹੈ ਇੱਕ ਸਾਡਾ ਮਨੁੱਖਾ ਜਨਮ। ਪਲੀਜ਼ ਇਹਨੂੰ ਧਿਆਨ ਨਾਲ ਸੁਣਿਓ। ਵਾਰਿਆ ਨਾ ਜਾਵਾਂ ਏਕ ਵਾਰ। ਬਈ ਮੈਂ ਕਿਉਂ ਨਾ ਭਗਤੀ ਕਰਾਂ, ਕਿਉਂ ਨਾ ਮੈਂ ਬੰਦਗੀ ਕਰਾਂ, ਕਿਉਂਕਿ ਇਸੇ ਜ਼ਿੰਦਗੀ ਵਿੱਚ ਹੀ ਸਫਲ ਹੋ ਕੇ ਜਾਵਾਂ। ਵਾਰਿਆ ਨਾ ਜਾਵਾਂ, ਕਿਉਂ ਨਾ ਮੈਂ ਉਸ ਕਰਤੇ ਪੁਰਖ ਦੀ ਭਗਤੀ ਕਰਾਂ ਤੇ ਇਹ ਜਿਹੜਾ ਮਨੁੱਖਾ ਜਨਮ ਮੈਨੂੰ ਮਿਲਿਆ, ਮੈਂ ਇਹਦੇ 'ਚ ਹੀ ਸਫਲਤਾ ਹਾਸਲ ਕਰਕੇ ਜਾਵਾਂ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਵਾਰੀ ਹੈ, ਇੱਕ ਵਾਰ। ਆ ਜਿਹੜਾ ਜਨਮ ਹੈ ਇਹੀ ਹੈ ਬਸ, ਤੇ ਜਿਉਂਦਿਆਂ ਜੀ ਸਾਰੀ ਪ੍ਰਾਪਤੀ ਹੋਣੀ ਹੈ। ਵਾਰਿਆ ਨਾ ਜਾਵਾਂ ਇੱਕ ਵਾਰ। ਵਾਰੀ ਜਾਣਾ, ਬਲਿਹਾਰੀ ਜਾਣਾ, ਘੁੰਮ ਘੁੰਮ ਜਾਣਾ, ਇਹ ਸਭ ਭਗਤੀ ਦੇ ਪ੍ਰਤੀਕ ਨੇ। ਭਗਤੀ ਸਾਡੀ ਕੀ ਹੈ? ਨਾਮ ਜਪਣਾ, ਨਾਮ ਅਭਿਆਸ, ਸ਼ਬਦ ਦਾ ਅਭਿਆਸ। ਕਿਉਂ ਨਾ ਮੈਂ ਉਸ ਕਰਤੇ ਪੁਰਖ ਦੀ ਬੰਦਗੀ ਕਰਾਂ ਔਰ ਐਸੇ ਜੀਵਨ ਦੇ ਵਿੱਚ ਹੀ ਮੈਂ ਸਫਲਤਾ ਹਾਸਲ ਕਰਕੇ ਜਾਵਾਂ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਜੋ ਤੁਧ ਭਾਵੈ ਸਾਈ ਭਲੀ ਕਾਰ।
ਜੋ ਤੈਨੂੰ ਭਾਉਂਦਾ ਹੈ ਉਸੇ ਵਿੱਚ ਮੇਰੀ ਭਲਾਈ ਹੈ। ਮਤਲਬ ਮੈਂ ਭਾਣੇ ਵਿੱਚ ਰਹਿਣਾ ਸਿੱਖ ਲਾਂ। ਜੋ ਤੁਧ ਭਾਵੈ ਸਾਈ ਭਲੀ ਕਾਰ, ਸਿੱਧਾ ਡਾਇਰੈਕਟ ਰਿਲੇਟਡ ਟੂ ਭਾਣਾ ਹੈ ਕਿ ਜਿਸ ਤਰ੍ਹਾਂ ਹੋ ਰਿਹਾ ਹੈ ਉਸ ਤਰ੍ਹਾਂ ਉਹਨੂੰ ਪ੍ਰਵਾਨ ਕਰ ਲਈਏ, ਭਾਣੇ ਵਿੱਚ ਆ ਜਾਈਏ, ਭਾਣੇ ਵਿੱਚ ਰਹਿ ਲਈਏ। ਤੂੰ ਸਦਾ ਸਲਾਮਤ ਤੇ ਨਿਰੰਕਾਰ। हे ਆਕਾਰ ਰਹਿਤ ਵਾਹਿਗੁਰੂ, ਤੂੰ ਹੀ ਸਦਾ ਤੋਂ ਕਾਇਮ ਦਾਇਮ ਹੈ। ਤੇ ਮੇਰੀ ਇਹ ਅਰਜ਼ੋਈ ਹੈ, ਮੇਰੀ ਇਹ ਬੇਨਤੀ ਹੈ, ਮੈਂ ਸਦਾ ਹੀ ਤੇਰੀ ਇਬਾਦਤ ਕਰਦਾ ਰਹਾ। ਤੂੰ ਸਦਾ ਸਲਾਮਤ ਤੇ ਨਿਰੰਕਾਰ। ਸਲਾਮਤ ਮਤਲਬ ਕਾਇਮ ਦਾਇਮ, ਸਦਾ, ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇਹਨੂੰ ਕਹਿੰਦੇ ਸਲਾਮਤ ਹੈ, ਅਟਲ। ਮੰਨ ਲੈਣਾ, ਭਰੋਸਾ ਕਰ ਲੈਣਾ, ਤੂੰ ਸਦਾ ਸਲਾਮਤ ਤੇ ਨਿਰੰਕਾਰ। हे ਆਕਾਰ ਤੋਂ ਰਹਿਤ ਵਾਹਿਗੁਰੂ, ਤੂੰ ਸਦਾ ਹੀ ਕਾਇਮ ਦਾਇਮ ਹੈ। ਤੇ ਮੇਰੀ ਅਰਜ਼ੋਈ ਹੈ ਕਿ ਮੈਂ ਸਦਾ ਹੀ ਤੇਰੀ ਭਗਤੀ ਕਰਾਂ, ਤੇਰਾ ਨਾਮ ਜਪਾਂ। ਇੱਥੇ 16ਵਾਂ ਅੰਕ ਸਾਡਾ ਪੂਰਾ ਹੁੰਦਾ ਜੀ। ਬੜਾ ਪ੍ਰਿਸਾਈਜ਼ਲੀ ਕੋਸ਼ਿਸ਼ ਕੀਤੀ ਆਪਾਂ ਇਹਦੀ ਵਿਚਾਰ ਕਰਨ ਦੀ। ਮੈਂ ਸਮਝ ਸਕਦਾ ਵੀ ਇੱਕ ਵਾਰ ਸੁਣ ਕੇ ਬੜਾ ਇੰਪੋਰਟੈਂਟ ਇਹ ਚੀਜ਼ਾਂ ਅੱਜ ਆਪਣੇ ਡਿਸਕਸ਼ਨ ਦੇ ਵਿੱਚ ਆਈਆਂ ਨੇ। ਇੱਕ ਵਾਰ ਸੰਭਵ ਨਹੀਂ ਹੈ ਕਿਉਂਕਿ ਸਾਡੇ ਮਾਈਂਡ ਸੈਟ ਜਿਹੜੇ ਆ ਇਹ ਜਿੱਦਾਂ ਬਣ ਚੁੱਕੇ ਹੈ। ਜਦੋਂ ਆਪਾਂ ਕੋਈ ਉਸ ਮੁਤਲਕ ਆਪਾਂ ਕੋਈ ਸ਼ਬਦ ਬੋਲਦੇ ਹਾਂ, ਹਾਂ ਸ਼ਬਦ ਬੋਲਣ ਲੱਗਿਆਂ ਵੀ ਧਿਆਨ ਰੱਖਣਾ ਚਾਹੀਦਾ ਹੈ। ਲੇਕਿਨ ਹਾਂ, ਗਾਏ ਬਖਾਏ ਬਾਣੀ ਪੜ੍ਹਦੇ ਹਾਂ, ਬਾਣੀ ਦੇ ਅਨੁਸਾਰ ਕੋਈ ਜੇ ਚੀਜ਼ ਬੋਲੀ ਜਾਏ ਜਿਹਦੇ ਤੋਂ ਥੋੜਾ ਜਿਹਾ ਸਾਨੂੰ ਪ੍ਰੋਬਲਮ ਹੋਵੇ, ਤਕਲੀਫ ਹੋਵੇ, ਉਹ ਸਾਡਾ ਮਾਈਂਡ ਸੈਟ ਹੈ। ਸਿਰਫ ਸਾਡਾ ਮਾਈਂਡ ਸੈਟ ਜਿਹੜਾ ਅਸੀਂ ਇੰਨੇ ਸਖਤ ਹੋਏ ਪਏ ਆ ਵੀ ਆਹ ਚੀਜ਼ ਅਸੀਂ ਏਦਾਂ ਹੀ ਕਰਨੀ ਆ, ਆਹ ਸਾਡਾ ਅਸੂਲ ਹੈ, ਆਹ ਸਾਡੀ ਮਰਿਆਦਾ ਹੈ। ਲੇਕਿਨ ਬਾਣੀ ਤੋਂ ਉੱਚਾ ਕੁਛ ਨਹੀਂ ਹੈ, ਬਾਣੀ ਤੋਂ ਵੱਡੀ ਕੋਈ ਮਰਿਆਦਾ ਨਹੀਂ ਹੈ, ਬਾਣੀ ਤੋਂ ਵੱਡਾ ਕੋਈ ਕੋਡ ਆਫ ਕੰਡਕਟ ਨਹੀਂ ਹੈ। ਇਹ ਚੀਜ਼ ਮੰਨ ਲਓ। ਆਪਾਂ ਥੋੜੀਆਂ ਐਗਜ਼ਾਮਪਲਸ ਲੈ ਕੇ ਵਿੱਚ ਇਹ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਬੜੇ ਇੰਪੋਰਟੈਂਟ ਲਫ਼ਜ਼ ਆਏ ਨੇ, ਪੰਜ। ਉਹ ਪੰਜ ਵੀ ਹੈ ਜਿੱਦਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਹਾਂ, ਇੱਕ ਹੋਰ ਇੰਪੋਰਟੈਂਟ ਆਪਾਂ ਵਿਸ਼ਾ ਵਿਚਾਰਾਂਗੇ ਵੀ ਇਹ ਹਰ ਚੀਜ਼ ਦੇ ਆਪੋਜ਼ਿਟ ਕੀ ਹੈ। ਜੇ ਕੋਈ ਚੀਜ਼ ਜਿਸ ਤਰ੍ਹਾਂ ਦਾ ਕੋਈ ਜਿੱਦਾਂ ਹੁਣ ਕਾਮ ਹੈ, ਕਾਮ ਦੇ ਅਗੇਂਸਟ ਕਿਸ ਚੀਜ਼ ਨੂੰ ਖੜਾ ਕਰੀਏ, ਕ੍ਰੋਧ ਦੇ ਅਗੇਂਸਟ ਕਿਸ ਚੀਜ਼ ਨੂੰ ਖੜਾ ਕਰੀਏ, ਇਹਦੇ ਬਾਰੇ ਬਾਣੀ 'ਚ ਡਾਇਰੈਕਟ ਕਿਤੇ ਨਹੀਂ ਗੱਲ ਕੀਤੀ ਗਈ। ਇਹਦੇ ਵਿੱਚ ਕਿਉਂਕਿ ਇਹੀ ਭੇਦ ਨੇ, ਇਹੀ ਜਿਹੜੀਆਂ ਨੇ ਇਹ ਮੁਦਾਵਣੀ ਸਤਿਗੁਰੂ ਪਾਈ ਗੁਰਸਿੱਖਾਂ ਲੱਧੀ ਪਾਲ, ਇਹ ਵੱਖਰੇ ਵੱਖਰੇ ਥਾਂ ਤੋਂ ਵੱਖਰੇ ਵੱਖਰੇ ਸ਼ਬਦਾਂ ਚੋਂ ਬ੍ਰਹਮ ਗਿਆਨ ਚੋਂ ਕੋਸ਼ਿਸ਼ ਕਰ ਕਰਕੇ ਜਿਹੜੇ ਅਕਾਲ ਪੁਰਖ ਦੇ ਨਾਮ ਅਭਿਆਸੀ ਲੋਕ ਨੇ ਉਹਨਾਂ ਦੀ ਸੰਗਤ ਕਰ ਕਰਕੇ ਇਹ ਚੀਜ਼ਾਂ ਇਕੱਤਰ ਕਰਾਂਗੇ। ਆਪਾਂ ਉਹਨਾਂ ਚੋਂ ਆਪਾਂ ਇੱਥੇ ਵਿਚਾਰਾਂਗੇ। ਸੋ ਪੰਚ ਦਾ ਮਤਲਬ, ਸਰਪੰਚ ਦਾ ਮਤਲਬ ਪ੍ਰਧਾਨ, ਸ੍ਰੇਸ਼ਟ, ਉੱਚੀ ਬਿਰਤੀ ਵਾਲਾ। ਇੱਕ ਵਾਰੀ ਮੈਂ ਫੇਰ ਰਿਮਾਈਂਡ ਕਰਾਦਾ, ਇੱਥੇ ਪੰਚ ਦਾ ਮਤਲਬ 5 ਨੰਬਰਸ ਨਹੀਂ ਹੈ ਜਾਂ ਕੋਈ ਹੋਰ ਨਾ ਲਾ ਲਿਓ। ਜਿਹੜਾ ਕਨਫਿਊਜ਼ਨ, ਜਿਹੜਾ ਮੁਗਾਲਤਾ, ਜਿਹੜਾ ਇਹ ਤੁਰਿਆ ਆਉਂਦਾ ਹੈ, ਇਹਨੂੰ ਆਪਾਂ ਬੜੇ ਹੀ ਜਿਹੜਾ ਮਾਈਂਡ ਸੈਟ ਹੈ, ਬੜੇ ਧਿਆਨ ਨਾਲ ਗੁਰਬਾਣੀ ਦੀ ਮਦਦ ਨਾਲ ਆਪਾਂ ਇਹਨੂੰ ਕਲੀਅਰ ਕਰਨਾ ਹੈ। ਔਰ ਇਹ ਵੀ ਜਿਹੜੀ ਭਗਤੀ ਵੀ ਹੈ, ਇਹ ਬੜੀ ਨੇਕ ਨੀਤੀ ਔਰ ਇਮਾਨਦਾਰੀ ਰੱਖਣੀ ਪਏਗੀ। ਭਗਤੀ ਕਰਨ ਲੱਗਿਆਂ ਵੀ ਕਿਸੇ ਨੂੰ ਨੀਵਾਂ ਦਿਖਾਉਣਾ ਵੀ ਜਿਹੜਾ ਹੈ, ਉਹ ਵੀ ਤੁਹਾਨੂੰ ਆਪਣੇ ਮਾਰਗ ਤੋਂ ਪਿੱਛੇ ਨੂੰ ਕਰ ਦਿੰਦੀ ਹੈ ਕਈ ਵਾਰ। ਇਹ ਵੀ ਗੱਲ, ਪਰ ਇਹ ਮਨੁੱਖਾ ਸੁਭਾਅ ਹੈ, ਉਹ ਗੱਲ ਕਰਦਾ, ਵਿਚਾਰ ਕਰਦਾ ਕਰਦਾ ਗੱਲਾਂ ਕਰ ਜਾਂਦਾ ਹੈ। ਲੇਕਿਨ ਹਾਂ, ਇਹਦੇ ਬਾਰੇ ਪਤਾ ਜ਼ਰੂਰ ਹੋਣਾ ਚਾਹੀਦਾ ਕਿ
ਅਸੀਂ ਜੇ ਕੋਈ ਗਲਤੀ ਕੀਤੀ ਹੈ ਤੇ ਅਕਾਲ ਪੁਰਖ ਸਾਨੂੰ ਖਿਮਾ ਦਾ ਦਾਨ ਬਖਸ਼ਣ ਜਾਂ ਆਪਣੀ ਗਲਤੀ ਮੰਨ ਲਈਏ, ਇਹ ਵੀ ਬੜੀ ਵੱਡੀ ਗੱਲ ਹੁੰਦੀ ਹੈ।